ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਵਪਾਲ ਜੋ ਸੇਵਕ ਆਹੀ ਚੜ ਕਰ ਫੇਰਹ ਆਪ ਜਬ ਜਾਹੀ। ਕਹਿ ਆਨ ਸੋ ਭੂਪਤ ਪਾਸੋ ਪੁਰਾਨਾ ਪਿਖਿਓ ਬੇਗ ਅਸ ਜਾਸੋ। ਅਸਵਪਾਲ ਜੋ ਸੇਵਕ ਆਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਚੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਲਾਹਾ ਲੈ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਵਿੱਤਰ ਦਰਸ਼ਨ ਦੇ ਕੇ ਸੰਗਤਾਂ ਨੂੰ ਨਿਹਾਲ ਸਫਲਾ ਕਰ ਰਹੇ ਹੈ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸੰਧਿਆ ਦੇ ਸਮੇਂ ਤੋਂ ਬੇਅੰਤ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਲਿਆ ਹੈ। ਗੁਰਬਾਣੀ ਪੜ੍ਹੀ ਸੁਣੀ ਗਈ ਹੈ। ਗੁਰੂ ਚਰਨਾਂ 'ਚ ਅਰਦਾਸ ਹੋਈ ਹੈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਆਪ ਸੰਗਤਾਂ ਨੇ ਲਾਹਾ ਲਿਆ ਹੈ। ਇਸ ਦੇ ਨਾਲ ਹੀ ਜੋ ਆਪਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਹੁਣ ਉਸ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹਨ। ਜੋ 7 ਘਰਾਂ ਦਾ ਸ਼ਾਹੂਕਾਰ ਸੀ, ਬਹੁਤ ਤਗੜਾ, ਪਰ ਉਹ ਬਹੁਤ ਦੁਖੀ ਹੈ ਸੀ
ਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਸਿੱਖਿਆ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਵੀ ਸ਼ਾਹੂਕਾਰ, ਜਿਹੜੇ ਮਨੁੱਖ ਦੇ ਪੂਰਬਲੇ ਮਾੜੇ ਕਰਮ ਹੈ, ਉਹਨਾਂ ਕਰਮਾਂ ਦਾ ਫਲ ਇਹ ਮਨੁੱਖ ਦੁੱਖ ਕਰਕੇ ਪਾਉਂਦਾ ਹੈ। ਜੋ ਪਿੱਛੇ ਕੋਈ ਕਰਮ ਮਾੜੇ ਹੋ ਜਾਂਦੇ ਹੈ, ਉਹਨਾਂ ਦਾ ਫਲ ਇਸ ਮਨੁੱਖ ਨੂੰ ਮਿਲਦਾ ਹੈ। ਉਹ ਚਾਹੇ ਨਿੰਦਿਆ ਕਰੇ, ਚਾਹੇ ਉਹ ਬੇਵਿਚਾਰ ਕਮਾਏ, ਜਾਂ ਇਸ ਜਨਮ ਨੇ ਜਾਂ ਪਿਛਲੇ ਜਨਮ 'ਚ ਜੋ ਕੁਝ ਮੰਦੇ ਕਰਮ ਕੀਤੇ, ਉਹਨਾਂ ਕਰਮਾਂ ਦੇ ਕਰਕੇ ਇਸ ਮਨੁੱਖ ਨੂੰ ਫਲ ਮਿਲਦਾ ਹੈ। ਉਹੀ ਹਾਲਤ ਤੇਰੀ ਹੋਈ ਹੈ। ਤੇਰਾ ਕੋਈ ਪੂਰਬਲਾ ਹੀ ਪਿਛਲਾ ਜਨਮ ਕਰਮ ਤੇਰੇ ਸਾਹਮਣੇ ਆ ਗਿਆ ਹੈ, ਜਿਸ ਕਰਕੇ ਗੁਰੂ ਸਾਹਿਬ ਜੀ ਇਸ ਨੂੰ ਪ੍ਰਮਾਣ ਦੇ ਰੂਪ ਵਿੱਚ ਸ਼ਬਦ ਉਚਾਰ ਕੇ ਦੱਸ ਰਹੇ ਹੈ ਵੀ ਕੌਣ ਕੌਣ ਨਹੀਂ ਜਿਹੜੇ ਆਪਣੇ ਕਰਮਾਂ ਕਰਕੇ ਰੋਏ, ਸਾਰੇ ਰੋਏ ਹੈ। ਅਤੇ ਉਹ ਕਥਾ ਆਪਾਂ ਵਿਸਥਾਰ ਨਾਲ ਸਰਵਣ ਕਰ ਰਹੇ ਹਾਂ। ਜਿਵੇਂ ਰੋਵੇ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਇੱਕੋ ਹੀ ਵੇਦ ਵਿਆਸ ਜੀ ਦਾ ਬਚਨ ਭੁੱਲ ਗਿਆ ਅਤੇ ਨਾ ਮੰਨਣੇ ਕਾਰਨ ਉਹ ਪਾਪੀ ਹੋਇਆ, ਜਿਸ ਕਰਕੇ ਜਨਮੇਜਾ ਬੜਾ ਰੋਇਆ ਅਤੇ ਅੰਤ ਨੂੰ ਉਹ ਮੋਇਆ ਹੋਇਆ ਰੋਂਦਾ ਹੀ ਚਲਾ ਗਿਆ। ਉਹਦੀ ਕਥਾ ਜਿਵੇਂ ਕਵੀ ਸਾਹਿਬ ਜੀ ਨੇ ਪੁਰਾਣਾ ਮੁਤਾਬਕ ਵਿਸਥਾਰ ਨਾਲ ਲਿਖੀ ਹੈ, ਉਹ ਆਪਾਂ ਪੜ੍ਹ ਸੁਣ ਰਹੇ ਹਾਂ। ਕੁਝ ਪ੍ਰਸੰਗ ਜਨਮੇਜੇ ਰਾਜੇ ਦੀ ਕਥਾ ਦਾ ਹੋ ਗਿਆ ਸੀ। ਅੱਗੇ ਜਿਵੇਂ ਉਹ ਕਥਾ ਆ ਰਹੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਪਾਲ ਜੋ ਸੇਵਕ ਆਹੀ। ਜਦੋਂ ਜਨਮੇਜੇ ਨੇ ਵੇਦ ਵਿਆਸ ਜੀ ਨੂੰ ਇਹ ਗੱਲ ਕਹੀ ਵੀ ਮੈਨੂੰ ਸਾਡੇ ਵੱਡਿਆਂ ਬਜ਼ੁਰਗਾਂ ਭਾਵ ਪੰਜੇ ਪਾਂਡਵਾਂ ਦੀ ਕਥਾ ਸੁਣਾਓ, ਵੀ ਯੁਧਿਸ਼ਟਰ ਵਰਗੇ ਇੰਨੇ ਧਰਮ ਵਿੱਚ ਸਿਆਣੇ ਸੱਚ ਬੋਲਣ ਵਾਲੇ, ਫਿਰ ਉਹ ਕਿਵੇਂ ਡੋਲ ਗਏ, ਕਿਵੇਂ ਜੂਆ ਖੇਡਣਾ ਸ਼ੁਰੂ ਕਰ ਦਿੱਤਾ। ਜੂਏ ਖੇਡਣੇ ਕਰਕੇ ਸਾਰਿਆਂ ਨੇ ਦੁੱਖ ਪਾਏ ਕਿ ਉਹਨਾਂ ਨੂੰ ਕਿਸੇ ਨੇ ਨਹੀਂ ਵਰਜਿਆ, ਕਿਸੇ ਨੇ ਨਹੀਂ ਰੋਕਿਆ। ਅਤੇ ਵੇਦ ਵਿਆਸ ਜੀ ਕਹਿਣ ਲੱਗੇ ਵੀ ਦੇਖ ਜਨਮੇਜਾ ਰਾਜਾ, ਜੋ ਪਰਮੇਸ਼ਰ ਦੀ ਹੋਣਹਾਰ ਭਾਵੀ ਵਰਤ ਕੇ ਰਹਿਣੀ ਉਹ ਹੋ ਕੇ ਰਹਿਣੀ ਹੈ। ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕੋਈ ਕਰੋੜਾਂ ਯਤਨ ਕਰੇ ਅਤੇ ਰੱਬ ਦੀ ਹੋਣਹਾਰ ਨੂੰ ਟਾਲ ਨਹੀਂ ਸਕਦਾ। ਇਹਨੇ ਸ਼ੰਕਾ ਕੀਤੀ, ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਖਬਰਸਾਰ ਹੋ ਜਾਏ, ਦੱਸ ਦੇਵੇ ਵੀ ਤੇਰੇ ਨਾਲ ਇੱਦਾਂ ਇੱਦਾਂ ਬੀਤਣੀ ਹੈ, ਇੱਦਾਂ ਇੱਦਾਂ ਹੋ ਜਾਣੀ ਆਉਣ ਵਾਲੇ ਸਮੇਂ ਵਿੱਚ, ਤੂੰ ਸੁਚੇਤ ਰਹੀਂ। ਕਹਿੰਦਾ ਵੀ ਉਹਦੇ 'ਤੇ ਹੋਣਹਾਰ ਕਿਵੇਂ ਟਲ ਸਕਦੀ, ਮੈਂ ਨਹੀਂ ਇਹ ਗੱਲ ਨੂੰ ਮੰਨਦਾ। ਜਿਹਨੂੰ ਸਾਰੀ ਗੱਲ ਦਾ ਪਤਾ ਹੋਵੇ, ਸਾਹਮਣੇ ਅੱਗ ਹੋਵੇ, ਉਹ ਕਿਵੇਂ ਪੈਰ ਪਾਏਗਾ ਵੀ ਸਾਹਮਣੇ ਅੱਗ ਬਲ ਰਹੀ। ਹਾਂ ਕੋਈ ਜਿਹੜਾ ਅਣਜਾਣ ਹੋਵੇ ਉਹਦੇ ਨਾਲ ਤਾਂ ਇਸ ਤਰ੍ਹਾਂ ਹੋ ਸਕਦੀ ਜਿਵੇਂ ਤੁਸੀਂ ਕਹਿੰਦੇ। ਵੇਦ ਵਿਆਸ ਜੀ ਨੇ ਥੋੜ੍ਹਾ ਰੰਜਿਸ਼ ਕਰਕੇ ਕਿਹਾ ਵੀ ਤੂੰ ਪਰਮੇਸ਼ਰ ਦੀ ਹੋਣਹਾਰ 'ਤੇ ਸ਼ੰਕਾ ਕਰਦਾ, ਲੈ ਤੈਨੂੰ ਮੈਂ ਸਾਰੀ ਖਬਰ ਆਉਣ ਵਾਲੇ ਸਮੇਂ ਦੀ ਦੇ ਦੇਣਾ। ਤੈਨੂੰ ਸਾਰੀ ਖਬਰਸਾਰ ਹੁੰਦਿਆਂ ਹੋਇਆਂ ਵੀ ਤੂੰ ਸਾਡਾ ਵਚਨ ਨਹੀਂ ਮੰਨੇਗਾ ਅਤੇ ਤੇਰੀ ਮੌਤ ਹੋ ਜਾਏਗੀ ਉੱਥੇ। ਐਵੇਂ ਤੇਰੇ ਨਾਲ ਸਾਰਾ ਕੁਝ ਬੀਤੇਗਾ, ਤੂੰ ਫਿਰ ਵਚਨ ਭੁੱਲ ਜਾਏਗਾ ਅਤੇ ਜਿਹਦੇ ਕਰਕੇ ਤੂੰ ਪਾਪੀ ਬਣ ਕੇ ਤੇਰੀ ਮੌਤ ਹੋਏਗੀ। ਉਹ ਵੇਦ ਵਿਆਸ ਜੀ ਨੇ ਸਾਰਾ ਹੀ ਇਹਨੂੰ ਦੱਸਿਆ। ਉਹ ਆਪਾਂ ਕੱਲ੍ਹ ਪਿੱਛੇ ਸਰਵਣ ਵਿਸਥਾਰ ਨਾਲ ਕੀਤਾ ਹੀ।
ਇਹ ਵੇਦ ਵਿਆਸ ਜੀ ਦਾ ਬਚਨ ਭੁੱਲ ਕੇ ਜਨਮੇਜਾ ਰਾਜਾ ਉਹ ਕੰਮ ਕੀਤਾ ਜਿਹੜਾ ਨਹੀਂ ਕਰਨਾ ਸੀ। ਜਦੋਂ ਸੌਦਾਗਰ ਇੱਕ ਘੋੜੀ ਚੰਚਲ ਲੈ ਕੇ ਆਇਆ, ਇਹਦੇ ਨਾਲ ਦਿਆਂ ਨੇ ਵੇਖ ਕੇ ਕਿਹਾ ਵੀ ਬੜੀ ਗੁਣਾ ਵਾਲੀ, ਤੁਸੀਂ ਰੱਖ ਲਓ, ਵਿਸ਼ੇਰੇ ਦਿਆ ਕਰੇਗੀ। ਉਹ ਵਿਸ਼ੇਰੇ ਤੁਹਾਡੇ ਸਵਾਰੀ ਕਰਨ ਯੋਗ ਹੋਇਆ ਕਰਨਗੇ, ਤੁਸੀਂ ਤੁਹਾਡੀ ਫੌਜ ਵਿੱਚ ਵੀ ਚਾਹੀਦੇ ਹੀ ਘੋੜੇ। ਇਹ ਸੁਣ ਕੇ ਫਿਰ ਇਹਦਾ ਮਨ ਬਦਲ ਗਿਆ, ਵੇਦ ਵਿਆਸ ਜੀ ਦਾ ਬਚਨ ਭੁਲਾ ਲਿਆ ਅਤੇ ਕਹਿੰਦੇ ਹੈ ਅਸਵਪਾਲ ਜੋ ਸੇਵਕ ਆਹੀ, ਘੋੜਿਆਂ ਨੂੰ ਪਾਲਣ ਵਾਲਾ ਜਿਹੜਾ ਇਹਦਾ ਨੌਕਰ ਹੈ ਸੀ। ਛੱਡ ਕਰ ਫੇਰ ਆਤ ਜਬ ਜਾਹੀ, ਤੇ ਉਹ ਜਿਹੜੀ ਘੋੜੀ ਇਹਨੇ ਖਰੀਦ ਲਈ ਸੌਦਾਗਰ ਪਾਸੋਂ, ਘੋੜੀ ਖਰੀਦ ਕੇ ਤੇ ਫਿਰ ਇਹਦਾ ਜਿਹੜਾ ਸੇਵਕ ਸੀ ਇਹਨੂੰ ਰੋਕਿਆ ਸੀ ਸਾਰਿਆਂ ਨੇ ਵੀ ਚੱਲ ਘੋੜੀ 'ਤੇ ਚੜ੍ਹਨ ਦੀ ਗੱਲ ਤੂੰ ਨਾ ਚੜ੍ਹੀ, ਵਿਸ਼ੇਰੇ ਹੋਣਗੇ ਤੇ ਉਹ ਆਪਾਂ ਪਾਲਾਂਗੇ, ਚੰਗੇ ਆਪਾਂ ਰੱਖਾਂਗੇ। ਇਹਨੇ ਉਹ ਘੋੜੀ ਖਰੀਦ ਲਈ ਅਤੇ ਇਹਦੇ ਜਿਹੜਾ ਸੇਵਕ ਸੀ ਘੋੜਿਆਂ ਨੂੰ ਪਾਲਣ ਵਾਲਾ, ਉਹ ਜਿਹੜਾ ਸੇਵਕ ਉਹਦੇ 'ਤੇ ਚੜ੍ਹ ਕਰਕੇ ਅਤੇ ਘੋੜੀ ਨੂੰ ਇੱਧਰ ਉੱਧਰ ਫੇਰਿਆ, ਚੰਗੀ ਜਿਹੜੀ ਉਹਦੀ ਚਾਲ ਦੇਖੀ ਹੈ। ਕਹਿ ਆਨ ਸੋ ਭੂਪਤ ਪਾਸੋ, ਉਹ ਫਿਰ ਨੌਕਰ ਘੋੜਿਆਂ ਨੂੰ ਪਾਲਣ ਵਾਲਾ ਆਣ ਕੇ ਜਨਮੇਜੇ ਰਾਜੇ ਪਾਸ ਆਣ ਕੇ ਕਹਿਣ ਲੱਗਾ, ਪੁਰਾ ਨਾ ਪਿਖਿਓ ਬੇਗ ਅਸ ਜਾਸੋ। ਕਹਿੰਦਾ ਵੀ ਜਿਸ ਤਰ੍ਹਾਂ ਦੀ ਆ ਰਾਜਾ ਘੋੜੀ ਦੀ ਚਾਲ ਹੈ ਨਾ, ਇਹੋ ਜਿਹੀ ਪਹਿਲਾਂ ਤਾਂ ਅਸੀਂ ਕੋਈ ਘੋੜੀ ਨਾ ਦੇਖੀ, ਨਾ ਅਸੀਂ ਚਾਲ ਵਾਲੀ ਦੇਖੀ ਹੈ। ਚੜਨ ਉਚਿਤ ਸੋ ਰਾਵਰ ਕੇਰੀ, ਇਸ ਕਰਕੇ ਰਾਜਾ ਜੀ ਘਰ ਚੜ੍ਹ ਕੇ ਤੇ ਵੇਖੋ, ਇਹ ਆਪ ਜੀ ਦੇ ਚੜ੍ਹਨ ਦੇ ਯੋਗ ਹੈ ਘੋੜੀ। ਚੰਚਲਤਾ ਜਿਸ ਬੀਚ ਵਡੇਰੀ, ਜਿਸ ਘੋੜੀ ਵਿੱਚ ਚੰਚਲਤਾਈ ਤੇ ਬਹੁਤ ਜ਼ਿਆਦਾ ਹੀ ਹੈਗੀ ਹੈ। ਸੁਨ ਗੁਣ ਭੂਪ ਚੜਿਓ ਇੱਕ ਬੇਰਾ, ਆਪਣੇ ਨੌਕਰ ਪਾਸੋਂ ਇਹ ਘੋੜੀ ਦੇ ਗੁਣ ਸੁਣ ਕੇ ਤੇ ਰਾਜਾ ਜਿਹੜਾ ਫਿਰ ਉਹ ਆਪਣੇ ਵੇਦ ਵਿਆਸ ਜੀ ਦਾ ਬਚਨ ਭੁੱਲ ਗਿਆ ਤੇ ਇੱਕ ਵਾਰ ਫਿਰ ਚੜੀ ਗਿਆ। ਦੱਖਣ ਦਿਸ਼ ਕੋ ਗਇਓ ਅਖੇਰਾ, ਇਹਨੂੰ ਦਿਸ਼ਾ ਭਰਮ ਵੀ ਹੋ ਗਿਆ। ਰੋਕਿਆ ਸੀ ਨਾ ਵੇਦ ਵਿਆਸ ਜੀ ਨੇ ਵੀ ਦੱਖਣ ਦੀ ਦਿਸ਼ਾ ਵੱਲ ਤੂੰ ਜਾਏਗਾ, ਉੱਧਰ ਨਾ ਜਾਈ, ਵੇਖੀ। ਇਹਨੂੰ ਦਿਸ਼ਾ ਭਰਮ ਹੋ ਗਿਆ, ਦੱਖਣ ਦੀ ਦਿਸ਼ਾ ਵੱਲ ਹੀ ਇਹ ਸ਼ਿਕਾਰ ਖੇਡਣ ਲਈ ਚੜ੍ਹ ਕੇ ਚਲਾ ਗਿਆ। ਨਿਕਸ ਚੱਲਿਓ ਇੱਕ ਮਿਰਗ ਅਗਾਰੀ, ਜਦੋਂ ਇਹ ਜਾ ਰਿਹਾ ਸੀ ਤੇ ਇਹਦੇ ਅੱਗੇ ਅੱਗੇ ਇੱਕ ਹਿਰਨ ਜਿਹੜਾ ਨਿਗਲ ਕੇ ਦੌੜ ਕੇ ਚਲਾ ਗਿਆ। ਦੇਖਤ ਰੰਗਨ ਪੀਛੇ ਡਾਰੀ, ਇਸ ਨੇ ਹਿਰਨ ਨੂੰ ਦੇਖ ਕੇ ਜਿਹੜੀ ਘੋੜੀ ਹੈ ਉਹਦੇ ਪਿੱਛੇ ਪਿੱਛੇ ਲਾ ਲਈ। ਹਟ ਇੱਕ ਸੰਗ ਪਹੁੰਚਿਓ ਨਾਹੀ, ਗੁਰੂ ਸਾਹਿਬ ਜੀ ਕਹਿ ਰਹੇ ਭਾਈ ਮਰਦਾਨਾ, ਹੈ ਸ਼ਾਹੂਕਾਰਾ ਵੇਖ ਲਾ, ਜਿਵੇਂ ਵੇਦ ਵਿਆਸ ਜੀ ਨੇ ਕਿਹਾ ਸੀ ਨਾ ਵੀ ਤੂੰ ਇਕੱਲਾ ਹੀ ਜਾਏਗਾ, ਤੇਰੇ ਨਾਲ ਕੋਈ ਸੂਰਮਾ ਐਲਕਾ ਤੇਰਾ ਨੌਕਰ ਨਹੀਂ ਹੋਏਗਾ, ਉਹੀ ਉਹ ਗੱਲ ਹੀ ਵਰਤ ਗਈ। ਇਹ ਇਕੱਲਾ ਹੀ ਜਿਹੜਾ ਹੈ ਚਲਾ ਗਿਆ ਪਿੱਛੇ ਪਿੱਛੇ ਹਿਰਨ ਦੇ, ਕੋਈ ਸੂਰਮਾ ਇਹਦੇ ਨਾਲ ਨਾ ਪਹੁੰਚ ਸਕਿਆ। ਗਮਨਿਆ ਵਿਪਨ ਗਹਨ ਕੇ ਮਾਹੀ, ਗਾੜੇ ਜੰਗਲ ਦੇ ਵਿੱਚ ਜਨਮੇਜਾ ਰਾਜਾ ਚਲਾ ਗਿਆ ਹਿਰਨ ਦੇ ਪਿੱਛੇ ਪਿੱਛੇ ਹੀ। ਮਾਰ ਮਿਰਗ ਕੋ ਸ਼ਰਮ ਭਾ ਭਾਰੀ, ਐਵੇਂ ਹਿਰਨ ਨੂੰ ਮਾਰ ਕੇ ਸ਼ਿਕਾਰ ਕਰਕੇ ਬੜਾ ਭਾਰੀ ਇਹਨੂੰ ਥਕਾਨ ਹੋ ਗਈ। ਵਿਆਸ ਬਖਾਨੀ ਦੀਨ ਵਿਸਾਰੀ, ਜੋ ਵੇਦ ਵਿਆਸ ਜੀ ਨੇ ਬਚਨ ਕਿਹਾ ਸੀ ਉਹ ਇਹਨੂੰ ਭੁੱਲ ਗਿਆ, ਨੇ ਭੁਲਾ ਦਿੱਤਾ। ਸਰ ਟਟ ਸੋਇਓ ਪੀ ਕਰ ਪਾਣੀ, ਸਰ ਤਟ ਐਵੇਂ ਉੱਥੇ ਸਰੋਵਰ ਦੇ ਕਿਨਾਰੇ ਚਲਾ ਗਿਆ, ਸਰੋਵਰ 'ਚੋਂ ਪਾਣੀ ਪੀ ਕੇ ਤੇ ਉੱਥੇ ਕਿਨਾਰੇ 'ਤੇ ਸੌਂ ਗਿਆ। ਨਿਕਟ ਤਰੰਗਨ ਬ੍ਰਿਖ ਬੰਧਾਨੀ, ਜਿਵੇਂ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਹੋ ਗਈ ਸਾਰੀ ਗੱਲ। ਸਰੋਵਰ ਦੇ ਕਿਨਾਰੇ ਇੱਕ ਬ੍ਰਿਛ ਸੀ, ਠੰਡੀ ਛਾਂ ਵੇਖ ਕੇ ਉਹਦੇ ਨਾਲ ਇਹਨੇ ਘੋੜੀ ਬੰਨ੍ਹ ਦਿੱਤੀ। ਸਰਵਰ
ਤੇ ਤਬ ਨਿਕਸਤ ਰੰਗਾ। ਉਸ ਵੇਲੇ ਸਰੋਵਰ ਦੇ ਵਿੱਚੋਂ ਦਰਿਆਈ ਘੋੜਾ ਨਿਕਲ ਕੇ ਮੈਥੁਨ ਕੀਨ ਬਾਜਨੀ ਸੰਗਾ। ਇਹ ਰਾਜੇ ਦੀ ਘੋੜੀ ਨਾਲ ਉਹਨੇ ਸੰਬੰਧ ਕੀਤਾ। ਔਰ ਪਰਵੇਸ਼ਿਓ ਜਲ ਕੇ ਮਾਹੀ। ਉਹ ਜੋ ਘੋੜਾ ਸੀ ਦਰਿਆਈ ਫਿਰ ਜਲ ਵਿੱਚ ਹੀ ਜਾ ਪ੍ਰਵੇਸ਼ ਹੋਇਆ, ਵੜ ਗਿਆ। ਭੂਪਤ ਸੁਧ ਪਾਈ ਕੋ ਨਾਹੀ। ਇੱਧਰ ਰਾਜੇ ਨੇ ਕੋਈ ਖਬਰਸਾਰ ਨਹੀਂ ਪਾਈ, ਇਹ ਸੁੱਤਾ ਹੀ ਰਿਹਾ। ਛੁੱਟੀ ਨੀਂਦ ਹੋਇ ਕਰ ਅਸਵਾਰਾ। ਜਦੋਂ ਇਹਦੀ ਨੀਂਦ ਛੁੱਟੀ, ਥਕਾਨ ਲੱਥੀ ਹੈ, ਉਹ ਘੋੜੀ ਤੇ ਅਸਵਾਰ ਹੋ ਕਰਕੇ ਆਨ ਪਹੁੰਚਿਓ ਆਪਨ ਅਗਾਰਾ। ਆਪਣੇ ਮਹਿਲਾਂ ਵਿੱਚ ਆ ਪਹੁੰਚਿਆ। ਧਾਰ ਗਰਭ ਤਿਨ ਦੀਨ ਬਸ਼ੇਰਾ। ਇੱਧਰ ਘੋੜੀ ਨੇ ਜਿਹੜਾ ਗਰਭ ਧਾਰ ਲਿਆ, ਜਿਸ ਕਰਕੇ ਉਸਨੇ ਵਿਸ਼ੇਰਾ ਦਿੱਤਾ। ਸ਼ਾਮ ਕਰਨ ਧਨ ਰੁਚਿਰ ਕਨੇਰਾ। ਜਿਸ ਤਰ੍ਹਾਂ ਵੇਦ ਵਿਆਸ ਜੀ ਨੇ ਕਿਹਾ ਸੀ ਨਾ ਵੀ ਉਹ ਵਿਸ਼ੇਰਾ ਹੋਏਗਾ ਤੇ ਕਾਲੇ ਕੰਨ ਹੋਣਗੇ, ਉਸੇ ਤਰ੍ਹਾਂ ਹੀ ਕਾਲੇ ਕੰਨ ਹੋਏ ਤੇ ਸਰੀਰ ਬਹੁਤਾ ਹੀ ਸੁੰਦਰ ਸੋਹਣਾ ਸੀ। ਜਗ ਉਚਿਤ ਆਸ ਮੂਰਤ ਕੀਨੀ। ਘੋੜੇ ਦੀ ਐਸੀ ਜਿਹੜੀ ਮੂਰਤ ਜਾਣੀ ਹੈ ਵੀ ਇਹ ਤੇ ਵੀ ਬੜਾ ਸੋਹਣਾ ਘੋੜਾ ਹੈ, ਜੱਗ ਦੇ ਯੋਗ ਹੈ, ਜੱਗ ਅਸਵਮੇਧ ਜੱਗ ਕਰਨ ਦੇ ਯੋਗ ਐਸੀ ਮੂਰਤ ਜਾਣ ਕੇ ਘੋੜੇ ਦੀ। ਸਭ ਮਿਲ ਨ੍ਰਿਪ ਕੋ ਮਸਲਤ ਦੀਨੀ। ਇਹਦੇ ਸਾਰੇ ਅਹਿਲਕਾਰਾਂ ਵਜ਼ੀਰਾਂ ਨੇ ਮਿਲ ਕਰਕੇ ਰਾਜੇ ਜਨਮੇਜੇ ਨੂੰ ਸਲਾਹ ਦਿੱਤੀ ਐਸੀ। ਮਖ ਕੀਜੈ ਹੋਇ ਸੋ ਜਸ ਬਡੇਰੋ। ਹੇ ਰਾਜਾ, ਤੂੰ ਅਸਵਮੇਧ ਜੱਗ ਕਰ, ਜਿਸ ਕਰਕੇ ਸਾਰਿਆਂ ਰਾਜਾਂ ਵਿੱਚ ਤੇਰਾ ਬੜਾ ਸਰੇਸ਼ ਜਸ ਹੋਵੇਗਾ। ਚਾਹੇ ਪੁੰਨ ਫਲ ਹੋਤ ਕਨੇਰੋ। ਜਿਸ ਅਸਵਮੇਧ ਜੱਗ ਦੇ ਪੁੰਨ ਦਾ ਕਰਨ ਦੇ ਪੁੰਨ ਦਾ ਫਲ ਬਹੁਤ ਜ਼ਿਆਦਾ ਹੁੰਦਾ ਹੈ। ਕਹੇ ਸਬਨ ਕੇ ਨ੍ਰਿਪ ਬਿਰਮਾਇਆ। ਐਵੇਂ ਅਬ ਜੋ ਵੇਦ ਵਿਆਸ ਜੀ ਦੇ ਬਚਨਾਂ ਨੂੰ ਤੇ ਭੁੱਲ ਗਿਆ ਵੀ ਮੇਰੀ ਮੌਤ ਨੇੜੇ ਆ ਰਹੀ ਹੈ, ਤੇ ਇਹ ਵਜ਼ੀਰਾਂ ਦੇ ਕਹੇ ਸਾਰਿਆਂ ਦੇ ਉੱਤੇ ਰਾਜਾ ਭਰਮ ਗਿਆ। ਵਿਆਸ ਬਿਰਤਾਂਤ ਹਿਰਦਾ ਬਿਸਰਾਇਆ। ਵੇਦ ਵਿਆਸ ਜੀ ਦਾ ਜਿਹੜਾ ਦੱਸਿਆ ਹੋਇਆ ਪ੍ਰਸੰਗ, ਸਾਰੀ ਘਟਨਾ ਇਹ ਇਹਦੇ ਵਿੱਚੋਂ ਭੁਲਾ ਬੈਠਾ, ਭੁੱਲ ਗਿਆ। ਮਖ ਆਰੰਭ ਕੀਨੋ ਤਿਹ ਕਾਲਾ। ਉਸ ਸਮੇਂ ਇਹਨੇ ਜਿਹੜਾ ਵਜ਼ੀਰਾਂ ਦੀ ਸਲਾਹ ਨਾਲ ਅਸਵਮੇਧ ਜੱਗ ਆਰੰਭ ਸ਼ੁਰੂ ਕਰ ਦਿੱਤਾ। ਚੜ੍ਹ ਜੀਤੇ ਨਿਰਪਤ ਵਿਸਾਲਾ। ਫਿਰ ਉਸੇ ਘੋੜੇ ਤੇ ਚੜ੍ਹ ਕਰਕੇ ਜਿੰਨੇ ਰਾਜੇ ਇਹ ਜਨਮੇਜੇ ਰਾਜੇ ਨੇ ਜਿੱਤ ਲਏ, ਆਪਣੇ ਅਧੀਨ ਕਰ ਲਏ। ਅਨਕ ਪ੍ਰਕਾਰ ਸਵਾਰ ਆਹਾਰਾ। ਜਦੋਂ ਆਪਣੇ ਘਰ ਵਾਪਸ ਆਇਆ ਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਤਰ੍ਹਾਂ ਦੇ ਭੋਜਨ ਬਣਾ ਸਵਾਰ ਕੇ ਪਿੱਪਰ ਬੁਲਾਏ ਬਹੁਤ ਅਗਾਰਾ। ਬਹੁਤ ਜਿਹੜੇ 18 ਗੋਤਰਾਂ ਦੇ ਬ੍ਰਾਹਮਣ ਉਹ ਇਹਨੇ ਆਪਣੇ ਘਰ ਮਹਿਲਾਂ ਵਿੱਚ ਬੁਲਾਏ ਆ ਵੀ ਆ ਕੇ ਭੋਜਨ ਛਕੋ ਸਾਰੇ। ਗਮਨਿਓ ਦਾਨ ਦੇਨ ਕੇ ਹੇਤਾ। ਤੇ ਜਦੋਂ ਹੀ ਇਹ ਜਨਮੇਜਾ ਰਾਜਾ ਭੋਜਨ ਛਕਣ ਤੋਂ ਬਾਅਦ ਬ੍ਰਾਹਮਣਾਂ ਨੂੰ ਦਾਨ ਦੇਣ ਵਾਸਤੇ ਚਲਾ ਗਿਆ ਉਹਨਾਂ ਦੀ ਪੰਗਤਾਂ ਵਿੱਚ। ਇੱਕ ਪਟ ਮਹਿ ਪਟਰਾਨ ਸਮੇਤਾ। ਇੱਕ ਇਹਦੀ ਪਟਰਾਣੀ ਰਾਣੀ ਸੀ, ਜਿਸ ਨੇ ਇੱਕ ਹੀ ਕੱਪੜਾ ਜਿਹੜਾ ਪਹਿਨਿਆ ਹੋਇਆ ਸੀ ਸਰੀਰ ਤੇ, ਉਹਦੇ ਸਮੇਤ ਚਲਾ ਗਿਆ ਬ੍ਰਾਹਮਣਾਂ ਵਿੱਚ। ਵਿਪਰ ਬਰਿੰਦ ਕੇ ਬੀਚ ਪਹੁੰਚਾ। ਜਿੱਥੇ ਬਹੁਤ ਬ੍ਰਾਹਮਣ ਬੁੱਢੇ ਜਵਾਨ ਸਾਰੇ ਇੱਕ ਸਾਰ ਭੋਜਨ ਛਕ ਰਹੇ ਸੀ, ਉਹਨਾਂ ਵਿੱਚ ਜਾ ਪਹੁੰਚਿਆ। ਭਇਓ ਪੌਣਾ ਤੇ 30 ਫਟ ਉੱਚਾ। ਉੱਥੇ ਰੱਬ ਦੀ ਕੁਦਰਤੀ ਐਸੀ ਤੇਜ਼ ਹਵਾ ਚੱਲੀ, ਜਿਸ ਕਰਕੇ ਦੀ ਰਾਣੀ ਦਾ ਜਿਹੜਾ ਕੱਪੜਾ ਸੀ ਉਸ ਵੇਲੇ ਹਵਾ ਨਾਲ ਉੱਚਾ ਜਾ ਉੱਡ ਗਿਆ। ਤਿਹ ਸ਼ਿਵਨ ਬਿਖਾ ਬਿਲੋਕੇ ਅੰਗਾ। ਉਸ ਸਮੇਂ ਜਿਹੜੇ ਜਵਾਨ ਬ੍ਰਾਹਮਣ ਸਨ ਤੇ ਉਹਨਾਂ ਨੇ ਉਹਦੇ ਕੁਝ ਅੰਗ ਦੇਖੇ। ਸਰਬ ਦਿਜਨ ਕੀ ਹਾਸ ਤੰਗਾ। ਸਾਰੇ ਬ੍ਰਾਹਮਣਾਂ ਨੇ ਫਿਰ ਉੱਚੀ ਸਾਰੀ ਐਵੇਂ ਦੇਖ ਕੇ ਤੇ ਹਾਸਾ ਕੀਤਾ, ਸਾਰੇ ਹੱਸ ਪਏ। ਦੇਖ ਭੂਪ ਕ੍ਰੋਧਿਓ ਔਰ ਭਾਰਾ। ਰਾਜਾ ਜਿਹੜਾ ਸੀ ਇਹ ਕੁਝ ਦੇਖ ਕੇ ਵੀ ਇਹਨਾਂ ਨੇ ਕੀ ਕੀਤਾ, ਮੇਰੀ ਇਸਤਰੀ ਦੇ ਹੱਸਦੇ ਐ, ਬੜਾ ਭਾਰੀ ਗੁੱਸਾ ਕੀਤਾ, ਇਹਦੇ ਵਿੱਚ ਇਹਨੂੰ ਗੁੱਸਾ ਚੜ ਗਿਆ। ਉਚਿਤ ਅਨੁਚਿਤ ਕਛੂ ਨਾ ਵਿਚਾਰਾ। ਉਚਿਤ ਅਨੁਚਿਤ
ਐਵੇਂ ਜੋਗ ਕੀ ਹੈ ਅਜੋਗ ਕੀ ਹੈ ਉਸਨੇ ਕੁਝ ਨਹੀਂ ਵਿਚਾਰ ਕੀਤੀ। ਪਕਰੇ ਨ੍ਰਿਪਤ ਬਹੁਤ ਵਿਪਜਾਰੇ। ਬਹੁਤ ਜਿਹੜੇ ਨੇ ਰਾਜ ਨੇ ਬ੍ਰਾਹਮਣ ਫੜ ਕੇ ਤੇ ਸਾੜ ਮਚਾ ਦਿੱਤੇ, ਕਿਸੇ ਨੂੰ ਅੱਗ 'ਚ ਸੁੱਟ ਦਿੱਤਾ, ਕਿਸੇ ਨੂੰ ਖੀਰ ਵਿੱਚ, ਕਈ ਜਿਹੜੇ ਸਬਜ਼ੀਆਂ ਬਣੀਆਂ ਹੋਈਆਂ ਸਨ ਉਹਨਾਂ ਵਿੱਚ ਸੁੱਟ ਕੇ ਸਾੜੇ ਬ੍ਰਾਹਮਣ ਬਹੁਤੇ। ਇੱਕ ਛਿਨ ਵਿਖਿਆ ਸਰਬ ਹਨ ਡਾਰੇ। ਇੱਕ ਛਿਨ ਵਿੱਚ ਇਹਨੇ ਬਹੁਤ ਜਿਹੜੇ ਬ੍ਰਾਹਮਣ ਹੈ ਮਾਰ ਸੁੱਟੇ ਐ। ਮਹਾ ਪਾਪ ਤੇ ਭਾ ਦੁਖ ਭਾਰੀ। ਜਿਸ ਕਰਕੇ ਇਹਨੂੰ 18 ਗੋਤਰਾਂ ਦੇ ਬ੍ਰਾਹਮਣ ਮਾਰਨ ਕਰਕੇ ਵੱਡਾ ਪਾਪ ਹੋ ਗਿਆ, ਬੜਾ ਭਾਰੀ ਦੁੱਖ ਲੱਗ ਗਿਆ, 18 ਪ੍ਰਕਾਰ ਦਾ ਹੀ ਕੋੜ ਹੋ ਗਿਆ ਇਹਨੂੰ। ਵੱਡਿਓ ਕੁਸ਼ਟ ਤਿਹ ਦੇਹ ਮਝਾਰੀ। ਰਾਜੇ ਜਨਮੇਜੇ ਦੀ ਦੇਹ ਵਿੱਚ ਬੜਾ ਕਸ਼ਟ ਵੱਧ ਗਿਆ, ਦੁੱਖ ਵੱਧ ਗਿਆ। 18 ਗੋਤਰਾਂ ਦੇ ਬ੍ਰਾਹਮਣ ਸਨ ਤੇ 18 ਪ੍ਰਕਾਰ ਦਾ ਇਹਨੂੰ ਕੋੜ ਹੋ ਗਿਆ ਸਰੀਰ ਤੇ। ਆਨ ਬਿਆਸ ਬਹਰੋ ਸਮਝਾਇਓ। ਵੇਦ ਵਿਆਸ ਜੀ ਨੇ ਆਣ ਕੇ ਫਿਰ ਜਨਮੇਜੇ ਨੂੰ ਸਮਝਾਇਆ ਕਿ ਤੈਨੂੰ ਮੈਂ ਕਿਹਾ ਸੀ ਨਾ ਸਾਰਾ ਕੁਝ ਹੋ ਜਾਣਾ, ਤੂੰ ਸਮਝਿਆ ਨਹੀਂ ਹੈ। ਚੱਲ ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਹੁਣ ਮੈਂ ਤੈਨੂੰ ਤੇਰੇ ਵੱਡਿਆਂ ਦੀ ਮਹਾਭਾਰਤ ਦੀ ਕਥਾ ਸੁਣਾਉਂਦਾ ਤੈਨੂੰ। ਤੂੰ ਕਥਾ ਸੁਣਾਵਾਂਗਾ ਤੇ ਤੂੰ ਸੱਤ ਬਚਨ ਹੀ ਕਹੀ ਜਾਣਾ ਹੈ। ਇਹਦੇ ਵਿੱਚ ਕਿਤੇ ਵੀ ਸੁਣ ਕੇ ਪ੍ਰਸੰਗ ਤੇ ਨਾ ਨੁੱਕਰ ਨਹੀਂ ਕਰਨੀ, ਨੱਕ ਨਹੀਂ ਚੜਾਉਣਾ ਹੈ। ਐਵੇਂ ਸਮਝਾਇਆ ਵੇਦ ਵਿਆਸ ਜੀ ਨੇ। ਭਾਰਤ ਕੋ ਇਤਿਹਾਸ ਸੁਨਾਇਓ। ਇਹ ਭਾਈ ਮਰਦਾਨਾ ਤੇ ਅਥਵਾ ਸ਼ਾਹੂਕਾਰਾ ਫਿਰ ਵੇਦ ਵਿਆਸ ਜੀ ਨੇ ਮਹਾਭਾਰਤ ਦਾ ਜਿਹੜਾ ਯੁੱਧ ਦੇ ਪ੍ਰਸੰਗ ਦਾ ਇਤਿਹਾਸ ਇਹਨੂੰ ਸੁਣਾਇਆ। ਕਹਿਓ ਭੀਮ ਕੋ ਜਬ ਇਤਿਹਾਸਾ। ਜਦੋਂ ਮਹਾਭਾਰਤ ਸੁਣਾਉਂਦਿਆਂ ਭੀਮ ਸੈਨ ਦਾ ਜਿਹੜਾ ਜੰਗ ਯੁੱਧ ਦਾ ਇਤਿਹਾਸ ਪ੍ਰਸੰਗ ਇਹਨੂੰ ਕਹਿਆ ਰਾਜੇ ਨੂੰ ਸੁਣਾਇਆ। ਕਰੀ ਬਗਾਏ ਬੀਚ ਆਕਾਸ਼ਾ। ਇਹ ਰਾਜਾ ਭੀਮ ਸੈਨ ਹੋਣੀ ਐਸੇ ਬੜੀ ਸਨ ਜਿਨ੍ਹਾਂ ਨੇ ਜਿਹੜੇ ਹਾਥੀ ਹੈ ਉਹ ਆਕਾਸ਼ ਵਿੱਚ ਚਲਾਏ, ਤਾਂ ਨੂੰ ਉਡਾਏ ਆ ਪੂਛੋਂ ਫੜ ਕੇ। ਸੋ ਅਬ ਲੋ ਉਪਰ ਪਰਮਾਈ। ਉਹ ਹੁਣ ਤੱਕ ਆਕਾਸ਼ ਵਿੱਚ ਹੀ ਭਰਮਦੇ ਫਿਰਦੇ ਐ, ਹਾਥੀ ਉੱਡਦੇ ਫਿਰਦੇ ਐ। ਬਾਹਰ ਨਾ ਪਰੇ ਧਰਾ ਪਰ ਆਈ। ਭੀਮ ਸੈਨ ਹੋਣਾ ਦੇ ਪੂਛੋਂ ਫੜ ਕੇ ਚੜਾਏ ਹੋਏ ਹਾਥੀ ਹੁਣ ਤੱਕ ਧਰਤੀ ਉੱਪਰ ਆ ਕੇ ਡਿੱਗ ਕੇ ਪਏ ਨਹੀਂ ਹੈ। ਨਾ ਉਹ ਹਾਥੀ ਆਏ ਤੇ ਨਾ ਉਹਨਾਂ ਦੇ ਹੱਡ ਹੀ ਵਾਪਸ ਮੁੜੇ ਐ, ਆਕਾਸ਼ ਵਿੱਚ ਹੀ ਉੱਡੇ ਫਿਰਦੇ ਹਨ। ਸਨਕਾ ਭੂਪ ਨਾ ਮਾਨੀ ਬਾਣੀ। ਤੇ ਇਹ ਸੁਣ ਕੇ ਰਾਜੇ ਜਨਮੇਜੇ ਨੇ ਤੇ ਬਚਨ ਹੀ ਨਹੀਂ ਮੰਨਿਆ, ਇਹਨੇ ਗੱਲ ਹੀ ਨਹੀਂ ਮੰਨੀ। ਕਹਿੰਦਾ ਵੀ ਇਹਦੇ ਨਿਰੀ ਗੱਪ ਮਾਰ ਦਿੱਤੀ ਐ। ਨਾਕ ਐਠ ਬੈਠਿਓ ਬਿਨ ਜਾਨੀ। ਆਪਣਾ ਨੱਕ ਜਿਵੇਂ ਚੜਾ ਕੇ ਨਾ ਤੁਹਾਨੂੰ ਟੇਢੇ ਜਿਹਾ ਕਰਕੇ ਬੈਠਿਆ ਰਿਹਾ ਬਿਨਾਂ ਜਾਣੇ। ਕਹਿੰਦਾ ਵੀ ਬਿਨਾਂ ਜਾਣੇ ਦੇਖੇ ਸਮਝੇ ਮੈਂ ਕਿਵੇਂ ਮੰਨਾਂ, ਮੈਂ ਨਹੀਂ ਮੰਨਦਾ, ਤੇ ਨਿਰੀ ਗਾਪੀ ਛੱਡ ਦਿੱਤੀ ਹੈ। ਮੰਤਰ ਸ਼ਕਤ ਤੇ ਵਿਆਸ ਉਤਾਰੇ। ਇਹਦਾ ਨੱਕ ਚੜਿਆ ਵੇਖ ਕੇ ਵੇਦ ਵਿਆਸ ਜੀ ਨੇ ਜਿਹੜਾ ਹੈ ਉਸ ਵੇਲੇ ਆਪਣੇ ਮੰਤਰਾਂ ਦੀ ਸ਼ਕਤੀ ਨਾਲ ਜਿੰਨੇ ਉਸ ਹਾਥੀ ਡਾਏ ਸੀ ਨਾ, ਤਾਂ ਉਹਨਾਂ ਦੇ ਹੱਡ ਜਿਹੜੇ ਆ ਠਾਹ ਨੂੰ ਲਾ ਕੇ ਉਤਾਰ ਕੇ ਇਹਨੂੰ ਦਿਖਾਏ ਵੀ ਵੇਖ ਲਾ ਝੂਠ ਨਹੀਂ ਗਾ। ਸਭਾ ਮਝਾਰੀ ਸਭਨ ਵਿਖਾਰੇ। ਜਿੱਥੇ ਸਭਾ ਲੱਗੀ ਹੋਈ ਸੀ ਇਹ ਕਥਾ ਸੁਣਦਾ ਸੀ ਤੇ ਇਹਦਾ ਸਾਰਾ ਕੋੜ ਹੀ ਨਿਵਰਤ ਹੋ ਗਿਆ, ਹਟ ਗਿਆ ਸੀ। ਨੱਕ ਤੇ ਕੋੜ ਰਹਿ ਗਿਆ ਤੇ ਇਹਨੇ ਨੱਕ ਚੜਾਇਆ, ਉਹ ਨੱਕ ਦੇ ਕੋੜ ਉੱਥੇ ਰਹਿ ਗਏ ਤੇ ਸਾਰੀ ਸਭਾ ਵਿੱਚ ਜਿਹੜੇ ਬੈਠੇ ਹੋਏ ਸੀ ਨਾ ਇਹਦੇ ਨਾਲ ਹੋਰ, ਉਹਨੇ ਸਾਰਿਆਂ ਨੂੰ ਵੇਦ ਵਿਆਸ ਜੀ ਨੂੰ ਹੱਡ ਦਿਖਾਏ ਵੀ ਇਹ ਝੂਠ ਨਹੀਂ ਆ, ਇਹ ਜੋ ਮੈਂ ਕਹਿ ਰਿਹਾ ਸੱਚ ਆ, ਵੇਖ ਲਓ ਸਾਹਮਣੇ ਹੀ ਹੈ ਤੁਹਾਡੇ ਸਭ ਕੁਝ। ਕੁਸ਼ਟ ਨਾਕ ਮਹਿ ਰਹਿਓ ਤਦਾਈ। ਹੇ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ, ਜਦੋਂ ਇਹਨੇ ਨੱਕ ਚੜਾਇਆ ਨਾ ਵੇਦ ਵਿਆਸ ਜੀ ਦੀ ਗੱਲ ਸੁਣ ਕੇ, ਜੋ ਇਹਨੂੰ ਕਿਹਾ ਸੀ ਵੀ ਇਹ ਕੰਮ ਨਾ ਕਰੀ, ਕਹਿੰਦੇ ਉਹੀ ਕਾਰਨ ਹੋ ਗਿਆ। ਇਹਨੂੰ ਕਿਹਾ ਸੀ ਵੀ ਜਦੋਂ ਤੂੰ ਸ਼ੰਕਾ ਕੀਤੀ ਉੱਥੇ ਤੇਰਾ ਕੋੜ ਰੁਕ ਜਾਣਾ ਹੈ, ਤਦੋਂ ਹੀ ਇਹਦਾ ਜਿਹੜਾ ਨੱਕ ਵਿੱਚ ਕੋੜ ਰਹਿ ਗਿਆ। ਰੋਇਓ ਜਨਮੇਜਾ ਦੁਖ ਪਾਈ। ਉਹ ਕੋੜ ਕਰਕੇ ਜਨਮੇਜਾ ਦੁੱਖ ਪਾ ਕੇ ਬੜਾ ਰੋਇਆ। ਕਹਿੰਦਾ ਮਨਾ ਕਾਹਨੂੰ ਨੱਕ ਚੜਾਉਣਾ ਸੀ, 7 ਵਜਨ ਕਹਿੰਦਾ ਆਉਣ ਡਿਆ ਸੀ ਤੇ ਕਹਿੰਦਾ ਕਹੀ ਜਾਂਦਾ, ਇੱਥੇ ਆ ਕੇ ਤੈਨੂੰ ਕੀ ਬਿਮਾਰੀ ਪੈ ਗਈ, ਆ ਤੂੰ ਨੱਕ ਚੜਾਇਆ ਤੇ ਵੇਲਾ ਕੀ ਕੋੜ ਰਹਿ ਗਿਆ, ਹੁਣ ਔਖਾ ਹੋਏਗਾ।
ਬੜਾ ਦੁੱਖ ਪਾ ਕੇ ਰੋਇਆ ਜਨਮੇਜਾ। ਤਿਸ ਤੇ ਛੂਟ ਗਏ ਤਨ ਪ੍ਰਾਨਾ। ਉਸ ਕੋੜ ਕਰਕੇ ਇਹਦੇ ਪ੍ਰਾਣ ਜਿਹੜੇ ਛੁੱਟ ਗਏ ਜਨਮੇਜੇ ਦੇ। ਕੀਨੋ ਤਬੈ ਪਰਲੋਕ ਪਿਆਨਾ। ਤਦੋਂ ਜਿਹੜਾ ਇਹਨੇ ਪਰਲੋਕ ਨੂੰ ਚੱਲਣਾ ਕੀਤਾ ਮਰ ਗਿਆ। ਰੋਏ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਇਹ ਜਿਹੜੇ ਗੁਰੂ ਜੀ ਦੇ ਬਚਨ ਉਹਨਾਂ ਦੀ ਕਥਾ ਹੈ ਇਹ ਸਾਰੀ। ਇਹ ਜਨਮੇਜਾ ਵੇਦ ਵਿਆਸ ਦੇ ਬਚਨ ਖੋਏ ਕਹੀਏ ਭੁੱਲ ਗਿਆ, ਇੱਕ ਹੀ ਕਾਰਨ, ਇੱਕੋ ਕਾਰਨ ਕਰਕੇ ਹੀ ਵੀ ਜਿਹੜਾ ਬਚਨ ਨਹੀਂ ਮੰਨਿਆ ਉਹਦੇ ਕਾਰਨ ਹੀ ਪਾਪੀ ਹੋ ਗਿਆ। ਆਪਣੀ ਇਸਤਰੀ ਕਰਕੇ ਭੈੜਾ ਪੈ ਗਿਆ, ਜਨਾਨੀ ਕਰਕੇ ਬ੍ਰਾਹਮਣ ਮਾਰ ਦਿੱਤੇ, ਕੋੜ ਹੋ ਗਿਆ। ਕੋੜ ਹੋਣ ਜਿਹੜਾ ਨਿਵਰਤ ਹੋ ਰਿਹਾ ਸੀ, ਫਿਰ ਬਚਨ ਨਹੀਂ ਮੰਨਿਆ, ਉਹ ਰਹਿ ਗਿਆ। ਇਸੇ ਕਰਕੇ ਰੋਂਦਾ ਹੀ ਦੁੱਖ ਪਾਉਂਦਾ ਹੀ ਮਰ ਗਿਆ ਜਨਮੇਜਾ। ਇਸ ਜਗ ਮਹਿ ਆਨੰਦਤ ਗਿਆਨੀ। ਇਸ ਕਰਕੇ ਹੇ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ, ਇਸ ਸੰਸਾਰ ਦੇ ਵਿੱਚ ਸਿਰਫ ਬ੍ਰਹਮ ਗਿਆਨੀ ਹੀ ਆਨੰਦਿਤ ਪ੍ਰਸੰਨ ਖੁਸ਼ ਹਨ। ਅਪਰ ਸ੍ਰਿਸ਼ਟ ਸਭ ਦੁਖੀ ਮਹਾਨੀ। ਬਾਕੀ ਦੇ ਸਾਰੇ ਸ੍ਰਿਸ਼ਟੀ ਬਹੁਤ ਹੀ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਮਹਾਰਾਜ ਜੀ ਨੇ ਵੀ ਕਿਹਾ ਹੈ। ਪੀਰ ਜੇ ਸੇਖ ਮਸਾਇਕ ਜੇਤੇ। ਜਿਹੜੇ ਮੁਸਲਮਾਨਾਂ ਦੇ ਵੱਡੇ ਵੱਡੇ ਪੀਰ ਹੈ, ਬਿਰਧ ਜਾਤੀ ਵਾਲੇ ਸ਼ੇਖ ਹੈ, ਮਸਾਇਕ ਮਿਹਨਤ ਮਸਕਤਾਂ ਕਰਨ ਵਾਲੇ ਸਾਧਕ ਲੋਕ ਹੈ, ਵੱਡੇ ਵੱਡੇ ਮੁਸਲਮਾਨਾਂ ਦੇ ਹਨ। ਜੋ ਜਰਤ ਕਾਲ ਤੇ ਰੋਵਹਿ ਤੇਤੇ। ਉਹ ਵੀ ਸਾਰੇ ਜਿਹੜੇ ਕਾਲ ਤੋਂ ਡਰਦੇ ਹੋਏ ਰੋਂਦੇ, ਵੀ ਪਤਾ ਨਹੀਂ ਅੰਤ ਵੇਲੇ ਕੈਸੀ ਮੌਤ ਮਾੜੀ ਆਉਣੀ ਹੈ। ਉਹ ਵੀ ਸਾਰੇ ਰੋਂਦੇ ਹੈ ਭਾਈ ਮਰਦਾਨਾ। ਦੋਹਰਾ ਗੋਪੀ ਚੰਦ ਨ੍ਰਿਪ ਪਰ ਥਰੀ। ਰੋਵੈ ਰਾਜੇ ਕੰਨ ਪੜਾਏ। ਇਵੇਂ ਮਹਾਰਾਜ ਕਹਿੰਦੇ ਜੋ ਗੋਪੀ ਚੰਦ ਹੈ ਨਾ ਰਾਜੇ, ਜੋ ਮਹਾਰਾਜ ਬਚਨ ਹੈ ਨਾ ਕਿ ਰੋਵ ਹੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ। ਇਹ ਬਚਨਾਂ ਦੀ ਹੁਣ ਕਥਾ ਆ ਰਹੀ ਹੈ। ਫਿਰ ਗੋਪੀ ਚੰਦ ਜਿਹੜਾ ਰਾਜਾ ਹੈ ਤੇ ਭਰਥਰੀ ਵਰਗੇ ਹੈ, ਉਹ ਵੀ ਰੋਂਦੇ ਹਨ। ਰੋਵਹਿ ਕੰਨ ਪੜਾਏ। ਕੰਨ ਪੜਾ ਕੇ ਵੀ ਕਿੱਥੇ ਰਾਜੇ ਸਾਰੇ ਗੋਰਖਨਾਥ ਵਰਗਿਆਂ ਕੰਨ ਪੜਾ ਕੇ ਜੋਗ ਉਹ ਸਿੱਧ ਬਣ ਲਈ, ਕੰਨ ਪੜਾ ਕੇ ਬੜਾ ਰੋਂਦੇ ਹਨ। ਘਰ ਤਜ ਬਾਹਰ ਨਿਕਸ ਕਾ। ਵੀ ਘਰੋਂ ਆਪਣੇ ਘਰਾਂ ਨੂੰ ਛੱਡ ਕੇ ਤੇ ਬਾਹਰ ਨਿਕਲ ਕੇ ਪੁਨ ਘਰ ਮੰਗਣ ਜਾਏ। ਫਿਰ ਦੂਸਰਿਆਂ ਘਰਾਂ ਵਿੱਚ ਮੰਗਣ ਜਾਂਦੇ ਤੇ ਰੋਂਦੇ ਆ ਵੀ ਵੇਖ ਲਓ ਰਾਜ ਭਾਗ ਦੇ ਮਾਲਕ ਹਾਂ, ਮਾਲਕ ਸਾਂ ਅਸੀਂ, ਤੇ ਕੰਨ ਪੜਵਾ ਕੇ ਤੇ ਹੁਣ ਦੂਸਰਿਆਂ ਦੇ ਘਰੋਂ ਠੂਠੇ ਫੜ ਫੜ ਮੰਗਦੇ ਫਿਰਦੇ ਆ। ਅੱਗੋਂ ਲੋਕ ਗੱਲਾਂ ਕਰਦੇ ਵੀ ਮੁਸਟੰਡੇ ਆ ਜਿਹੜੇ ਤਗੜੇ ਸਰੀਰਾਂ ਵਾਲੇ, ਤੇ ਕੋਈ ਕੰਮ ਨਹੀਂ ਹੁੰਦਾ, ਜਿਸ ਕਰਕੇ ਰੋਂਦੇ ਤਾਨੇ ਮੇਣੇ ਸੁਣ ਸੁਣ ਕੇ। ਇਸੇ ਤਰ੍ਹਾਂ ਹੀ ਜਦੋਂ ਮਨ ਥੋੜ੍ਹਾ ਡੋਲ ਜਾਂਦਾ, ਸਮਾਧੀ ਲਾਉਂਦਿਆਂ ਤੇ ਜੋਗੀ ਉਦੋਂ ਵੀ ਇਹ ਰੋਂਦੇ ਆ, ਵੱਡੇ ਵੱਡੇ ਰਾਜੇ ਭਰਥਰੀ ਵਰਗੇ। ਇੱਕ ਵਾਰ ਜਦੋਂ ਇਹ ਭਰਥਰਨਾਥ ਤਪ ਕਰ ਰਿਹਾ ਸੀ, ਤਪ ਕਰਦਿਆਂ ਕਰਦਿਆਂ ਇਹਦਾ ਬੀਰਜ ਪਤਨ ਹੋ ਗਿਆ। ਉਸ ਵੇਲੇ ਇਹ ਜਿਹੜਾ ਕਹਿੰਦਾ ਵੀ ਉਹ ਮਨਾ ਘਰ ਛੱਡ ਕੇ ਤੇ ਤਪ ਕਰਨਾ, ਇਹਦੇ ਹਜੇ ਵੀ ਉਹੀ ਹਾਲਤ ਹੈ। ਕਾਹਨੂੰ ਤਪ ਕਰਨਾ, ਘਰ ਹੀ ਮੁੜ ਚੱਲੀ। ਇਹ ਘਰ ਨੂੰ ਮੁੜ ਕੇ ਚੱਲਿਆ ਤੇ ਉਸ ਵੇਲੇ ਇਹ ਬੜਾ ਰੋਇਆ ਸੀ ਜਦੋਂ ਇਹਦਾ ਬੀਰਜ ਪਤਨ ਹੋਇਆ। ਰੋਂਦਾ ਰੋਂਦਾ ਇਹ ਘਰ ਮੁੜ ਚੱਲਿਆ। ਅੱਗੋਂ ਗੋਰਖਨਾਥ ਇਹਨੂੰ ਰਸਤੇ 'ਚ ਮਿਲ ਗਏ। ਕਹਿੰਦੇ ਉਹ ਭਰਥਰਨਾਥਾ ਆ ਭਿੱਖੇ ਦਾ ਭੋਜਨ ਘੱਟ ਮੰਗ ਕੇ ਖਾਣਾ ਸੀ, ਕਾਹਨੂੰ ਭਰਿਆ ਹੋਇਆ ਉਛਲਦਾ ਫਿਰਦਾ ਤੇ ਦੋਸ਼ ਤੂੰ ਦੇਈ ਜਾਂਦਾ ਵੀ ਇੱਥੇ ਕਾਹਨੂੰ ਤਪ ਕਰਨਾ, ਦੋਸ਼ ਤੇ ਤੇਰੇ 'ਚ ਜਿਹੜਾ ਰੱਜ ਦਿਖਾਈ ਜਾਂਦਾ। ਉਸ ਵੇਲੇ ਵੀ ਇਹ ਬੜਾ ਰੋਇਆ ਸੀ। ਮਹਾਰਾਜ ਉਹੀ ਕਹਿ ਰਹੇ ਹਨ, ਘਰ ਤਜ ਬਾਹਰ ਨਿਕਸ ਕੈ, ਵੀ ਆਪਣੇ ਘਰਾਂ ਮਹਿਲਾਂ ਨੂੰ ਛੱਡ ਕੇ ਤੇ ਬਾਹਰ ਨਿਕਲ ਕੇ ਪੁਨ ਘਰ ਮੰਗਣ ਜਾਏ। ਫਿਰ ਘਰ ਘਰ ਮੰਗਣ ਜਾਂਦੇ ਤੇ ਲੋਕ ਤਾਨੇ ਮੇਣੇ ਮਾਰਦੇ ਹੈ। ਜਦੋਂ ਚਿੱਤ ਡੋਲ ਜਾਂਦਾ ਹੈ ਪਰਾਏ ਰੂਪ ਵੇਖ ਕੇ, ਉਦੋਂ ਵੀ ਬੜਾ ਰੋਂਦੇ ਹਨ। ਜੋ ਪਈ ਬਹੁਤ ਯਤਨ ਕਰ ਦਰਬ ਕਮਾਇਓ। ਇਸੇ ਤਰ੍ਹਾਂ ਹੀ ਹੇ ਸ਼ਾਹੂਕਾਰਾ, ਜਿਵੇਂ ਬਹੁਤ ਯਤਨ ਕਰਕੇ ਕਿਸੇ ਕੰਜੂਸ ਨੇ ਪੈਸਾ ਧੇਲਾ ਕਮਾਇਆ ਹੋਵੇ, ਰੋਵਹਿ ਕਿਰਪਨ ਜਾਏ ਗਵਾਇਓ। ਜਦੋਂ ਕੰਜੂਸ ਦਾ ਗਵਾਚ ਜਾਂਦਾ ਨਾ ਧਨ ਕਮਾਇਆ ਹੋਇਆ ਪੈਸਾ, ਉਹ ਵੀ ਬੜਾ
ਮੁੱਕੀਆਂ ਲੈ ਲੈ ਕੇ ਅੱਖਾਂ 'ਚ ਰੋਂਦਾ ਵੀ ਉਹ ਇੰਨੀ ਮਿਹਨਤ ਕੀਤੀ, ਪੈਸਾ ਤਾਂ ਫੇਰ ਨਾ ਰਿਹਾ, ਉਹ ਵੀ ਗਵਾ ਕੇ ਕੰਜੂਸ ਪੈਸਾ ਬਹੁਤ ਰੋਂਦਾ ਹੈ। ਪੰਡਤ ਉਚਰਹਿ ਮੁਖ ਤੇ ਗਿਆਨਾ, ਜਿਹੜੇ ਵੱਡੇ ਵੱਡੇ ਪੰਡਤ ਹੈ ਆਪਣੇ ਮੁਖ ਤੋਂ ਗਿਆਨ ਦੇ ਬਚਨ ਉਚਾਰਦੇ ਕਹਿੰਦੇ ਹੈ, ਨਹੀਂ ਕਮਾਵਹਿ ਜਿਉ ਅਗਿਆਨਾ। ਜਿਉਂ ਅਗਿਆਨੀ ਲੋਕ ਨਹੀਂ ਨਾ ਕੋਈ ਕਮਾਈ ਕਰਦੇ, ਐਵੇਂ ਉਹ ਪੰਡਤ ਲੋਕ ਵੀ ਮੁੱਖੋਂ ਬਚਨ ਉਚਾਰਦੇ ਵਿਦਵਾਨ ਗਿਆਨੀ ਲੋਕ ਬਣ ਕੇ। ਅਤੇ ਜਿਵੇਂ ਅਗਿਆਨੀ ਨਹੀਂ ਕਮਾਉਂਦੇ ਉਹਨਾਂ ਬਚਨਾਂ ਨੂੰ, ਐਵੇਂ ਉਹ ਪੰਡਤ ਲੋਕ ਵੀ ਨਹੀਂ ਕਮਾਉਂਦੇ। ਫਿਰ ਉਹ ਵੀ ਪੰਡਤ ਲੋਕ ਵੀ ਰੋਂਦੇ ਹੈ। ਉਹ ਜਿਸ ਤਰ੍ਹਾਂ ਰਾਜੇ ਭੋਜ ਦੀ ਨਗਰੀ ਵਿੱਚ ਇੱਕ ਪੰਡਤ ਸਾਰੇ ਇਲਾਕਿਆਂ ਸਾਰੇ ਦਿਗਵਿਜੇ ਕਰਦਾ ਇੱਥੇ ਆ ਗਿਆ ਰਾਜੇ ਭੋਜ ਦੀ ਨਗਰੀ ਵਿੱਚ। ਇੱਥੇ ਆਣ ਕੇ ਕਹਿਣ ਲੱਗਾ ਵੀ ਰਾਜਾ ਜੀ ਤੁਹਾਡਾ ਕੋਈ ਹੈ ਵਿਦਵਾਨ ਐਸਾ ਜਿਹੜਾ ਮੇਰੇ ਨਾਲ ਚਰਚਾ ਕਰ ਲਵੇ, ਉਹਨੂੰ ਲਿਆਓ ਮੇਰੇ ਸਾਹਮਣੇ, ਮੇਰੇ ਨਾਲ ਚਰਚਾ ਕਰੇ ਅਤੇ ਜੇ ਉਹ ਜਿੱਤ ਜਾਏ ਤਾਂ ਮੇਰੇ ਪੁਸਤਕ ਲੈ ਲਵੇ, ਨਹੀਂ ਤਾਂ ਉਹਦੇ ਪੁਸਤਕ ਗ੍ਰੰਥ ਮੈਂ ਸਾਰੇ ਲੈ ਲਵਾਂਗਾ। ਰਾਜੇ ਦਾ ਜਿਹੜਾ ਪੰਡਿਤ ਸੀ ਇਹ ਬੜਾ ਸਿਆਣਾ ਸੀ, ਉਹਨੂੰ ਪਤਾ ਸੀ ਵੀ ਇਹ ਬੜਾ ਤਕੜਾ ਹੀ ਵਿਦਵਾਨ ਦਿਗਵਿਜੇ ਕਰਦਾ ਫਿਰਦਾ ਇੱਥੇ ਆ ਗਿਆ, ਮੈਨੂੰ ਜਿੱਤ ਲਏਗਾ। ਫਿਰ ਉਸ ਨੇ ਇੱਕ ਜੋਤਸ਼ੀ ਕੋਲ ਜਾ ਕੇ ਟੇਵਾ ਲਵਾਇਆ ਵੀ ਤੂੰ ਵੇਖ ਕੋਈ ਐਸਾ ਵਿਦਵਾਨ ਹੈ ਦੁਨੀਆ ਵਿੱਚ ਜਿਹੜਾ ਇਸ ਪੰਡਤ ਨੂੰ ਜਿੱਤ ਲਵੇ ਅਤੇ ਗਿਆਨ ਚਰਚਾ ਕਰਕੇ ਇਹਨੂੰ ਹਰਾ ਦੇਵੇ, ਗੱਲ ਨਾ ਕਰਨ ਦੇਵੇ। ਉਹਨੇ ਜੋਤਿਸ਼ ਲਾਇਆ, ਕਹਿਣ ਲੱਗਾ ਵੀ ਪੰਡਤ ਇੱਥੇ ਆਪਣੇ ਕਾਂਸ਼ੀ ਵਿੱਚ ਹੀ ਗਾਂਗਾ ਤੇਲੀ ਹੈਗਾ ਇੱਕ, ਉਹ ਇਹਨੂੰ ਹਰਾ ਦੇਗਾ। ਹੋਰ ਪੰਡਿਤ ਦੀ ਤੇ ਕੀ ਗੱਲ, ਇਹਨੂੰ ਗਾਂਗਾ ਤੇਲੀ ਜਿਹੜਾ ਇਸ਼ਾਰਿਆਂ ਨਾਲ ਹੀ ਹਰਾ ਦੇਗਾ, ਤੂੰ ਉਹਦੇ ਨਾਲ ਉਹਨੂੰ ਲੈ ਕੇ ਆ ਜਾ। ਇਹ ਫਿਰ ਆ ਕੇ ਆਪਣੇ ਰਾਜੇ ਨੂੰ ਕਹਿਣ ਲੱਗਾ, ਪੰਡਿਤ ਕਹਿੰਦਾ ਮਹਾਰਾਜ ਕਾਂਸ਼ੀ ਵਿੱਚ ਬੜੇ ਬੜੇ ਵਿਦਵਾਨ ਹੈ ਅਤੇ ਉਹਨਾਂ ਵਿੱਚ ਮੈਂ ਵੀ ਤੁਹਾਡਾ ਵਿਦਵਾਨ ਹਾਂ, ਅਤੇ ਆਹ ਜਿਹੜਾ ਪੰਡਿਤ ਆਇਆ ਚਰਚਾ ਕਰਨ ਵਾਸਤੇ, ਅਤੇ ਮੈਂ ਕਹਿੰਦਾ ਵੀ ਅਸੀਂ ਇਹਦੇ ਨਾਲ ਕੀ ਚਰਚਾ ਕਰਨੀ ਹੈ, ਇਹ ਭਾਵੇਂ ਪੰਡਿਤ ਬਣਿਆ ਹੀ ਫਿਰਦਾ ਵਿਦਵਾਨ, ਇਹਦੇ ਨਾਲ ਅਸੀਂ ਕੀ ਚਰਚਾ ਕਰਨੀ ਹੈ। ਇੱਥੇ ਤਾਂ ਸਾਡੇ ਜਿਹੜੇ ਕਾਂਸ਼ੀ ਵਿੱਚ ਗਾਂਗੇ ਤੇਲੀ ਵਰਗੇ ਉਹੀ ਇਹਨੂੰ ਹਰਾ ਦੇਣਗੇ, ਆਪਾਂ ਉਹਨੂੰ ਲੈ ਕੇ ਆਈਏ ਅਤੇ ਉਹਦੇ ਨਾਲ ਦੀ ਚਰਚਾ ਕਰਵਾਈਏ। ਰਾਜਾ ਕਹਿੰਦਾ ਠੀਕ ਹੈ। ਰਾਜੇ ਨੇ ਕਿਹਾ ਇਹਨੂੰ ਪੰਡਿਤ ਵਿਦਵਾਨ ਕਰਮਚਾਰੀ ਜਿਹੜਾ ਆਇਆ ਸੀ, ਕਹਿੰਦਾ ਵੀ ਜਿਹੜੇ ਮੇਰੇ ਕੋਲ ਦੇ ਕਾਂਸ਼ੀ ਦੇ ਵਿਦਵਾਨ ਪੰਡਿਤ ਬਹੁਤ ਹੈਗੇ ਤੇਰੇ ਨਾਲ ਚਰਚਾ ਕਰਨ, ਪਰ ਇੱਕ ਸਾਡਾ ਗਾਂਗਾ ਤੇਲੀ ਹੈਗਾ, ਤੂੰ ਉਹਨਾਂ ਚਰਚਾ ਕਰ ਪਹਿਲਾਂ। ਜੇ ਤੂੰ ਉਹਦੇ ਨਾਲ ਪੂਰਾ ਉਤਰ ਗਿਆ ਅਤੇ ਫਿਰ ਤੇ ਜਿਹੜਾ ਤੂੰ ਮੇਰੇ ਵਿਦਵਾਨਾਂ ਨਾਲ ਵੀ ਚਰਚਾ ਕਰੇਗਾ, ਫਿਰ ਤੂੰ ਇਹਨਾਂ ਨਾਲ ਚਰਚਾ ਕਰੀ। ਉਹ ਕਹਿੰਦਾ ਵੀ ਠੀਕ ਹੈ, ਲਿਆਓ ਆਪਣਾ ਗਾਂਗਾ ਵਿਦਵਾਨ। ਇਹ ਪੰਡਿਤ ਰਾਜੇ ਦਾ ਚਲਾ ਗਿਆ, ਜਿੱਥੇ ਗਾਂਗਾ ਤੇਲੀ ਆਪਣੇ ਬੌਲ 'ਤੇ ਚੜ੍ਹੀ ਬੈਠਾ ਸੀ, ਉਹਨੂੰ ਜਾ ਕੇ ਇਸ ਤਰ੍ਹਾਂ ਗੱਲ ਦੱਸੀ। ਗਾਂਗਾ ਤੇਲੀ ਤਿਆਰ ਹੋ ਗਿਆ, ਇਹਨੂੰ ਐ ਸੋਹਣੇ ਵਸਤਰ ਪੰਡਤਾਂ ਵਾਲੇ ਪਵਾ ਕੇ, ਗਲ 'ਚ ਮਾਲਾ ਪਵਾ ਕੇ, ਮੱਥੇ ਦੇ ਤਿਲਕ ਜਿਹੜਾ ਲਾ ਦਿੱਤਾ, ਲੰਮੀ ਸਾਰੀ ਗਲ 'ਚ ਮਾਲਾ ਪਾ ਦਿੱਤੀ, ਅੱਖੋਂ ਇਹ ਕਾਣਾ ਸੀ ਗਾਂਗਾ ਤੇਲੀ, ਅਤੇ ਇਹਨੂੰ ਐ ਬਣਾ ਸਵਾਰ ਕੇ ਚੰਗੀ ਜੁੱਤੀ ਪਵਾ ਕੇ ਲੈ ਆਂਦਾ। ਅਤੇ ਜਦੋਂ ਇੱਥੇ ਲੈ ਆਂਦਾ, ਇਹ ਪੰਡਿਤ ਨੇ ਵੇਖਿਆ ਜਿਹੜਾ ਆਇਆ ਹੋਇਆ ਸੀ ਚਰਚਾ ਕਰਨ ਵਾਸਤੇ, ਅਤੇ ਇਹ ਸੋਚਦਾ ਵੀ ਇਹ ਗਾਂਗਾ ਤੇਲੀ ਨਹੀਂ, ਤੇ ਬੜਾ ਤਗੜਾ ਵਿਦਵਾਨ ਲੱਗਦਾ ਮੈਨੂੰ। ਅਤੇ ਇਹ ਫਿਰ ਕਹਿਣ ਲੱਗਾ ਵੀ ਹਾਂ ਵੀ ਦੱਸ ਵਿਦਵਾਨ, ਚਰਚਾ ਕਿਵੇਂ ਕਰਨੀ ਹੈ, ਇਸ਼ਾਰਿਆਂ ਨਾਲ ਕਰਨੀ ਹੈ ਕਿ ਜਾਂ ਸ਼ਾਸਤਰਾਂ ਦੇ ਪ੍ਰਮਾਣ ਬੋਲ ਕੇ ਕਰਨੀ ਹੈ। ਗਾਂਗੇ ਤੇਲੀ ਨੇ ਵੇਖਿਆ ਵੀ ਇੱਥੇ ਬਹੁਤ ਵਿਦਵਾਨ ਬੈਠੇ ਹੋਏ ਆ, ਰਾਜਾ ਵੀ ਆਪਣੇ ਨਾਲ ਹੀ ਹੈ, ਆਪਾਂ ਨੂੰ ਕਾਹਦੀ ਪਰਵਾਹ। ਕਹਿੰਦਾ ਵੀ ਤੂੰ ਜਿਵੇਂ ਤੇਰੀ ਮਰਜ਼ੀ ਉਵੇਂ ਕਰ ਲਾਂਗੇ। ਇਹ ਪੰਡਿਤ ਕਹਿਣ ਲੱਗਾ ਵੀ ਇਹਦੇ ਨਾਲ ਵਿਦਵਾਨ ਹੀ ਬਹੁਤੇ ਹੈ, ਅਤੇ ਇਸ ਕਰਕੇ ਇਹਨੂੰ ਪਰਵਾਹ ਕੋਈ ਨਹੀਂ ਹੋਣੀ, ਇਸ਼ਾਰਿਆਂ ਨਾਲ ਹੀ ਚਰਚਾ ਕੀਤੀ ਜਾਵੇ। ਕਹਿਣ ਲੱਗਾ ਵੀ ਠੀਕ ਹੈ ਵਿਦਵਾਨ,
ਇਸ਼ਾਰਿਆਂ ਨਾਲ ਆਪਣੀ ਚਰਚਾ ਹੋਏਗੀ। ਗਾਂਗਾ ਤੇਲੀ ਕਹਿੰਦਾ ਬਿਲਕੁਲ ਠੀਕ ਹੈ। ਇਹਨੇ ਉਸ ਵੇਲੇ ਪੰਡਤ ਜਿਹੜਾ ਆਇਆ ਸੀ, ਇਹਨੇ ਉਂਗਲੀ ਇੱਕ ਖੜੀ ਕੀਤੀ, ਇਹਨੇ ਇਸ਼ਾਰੇ ਵਿੱਚ ਇਹ ਗੱਲ ਕਹੀ ਵੀ ਉਹ ਪਰਮਾਤਮਾ ਇੱਕ ਹੈ, ਬ੍ਰਹਮ ਇੱਕੋ ਹੀ ਇੱਕ ਹੈ, ਚੱਕਰ ਚਿਹਨਾ 12 ਜੋ। ਅਤੇ ਗਾਂਗੇ ਤੇਲੀ ਇਹ ਅੱਖੋਂ ਕਾਣਾ ਸੀ, ਇਹਨੇ ਸੋਚਿਆ ਵੀ ਮੈਨੂੰ ਇਹ ਕਹਿ ਰਿਹਾ ਵੀ ਤੇਰੀ ਇੱਕ ਅੱਖ ਹੈਗੀ ਹੈ, ਇੱਕ ਤੇਰੀ ਹੈਗੀ ਨਹੀਂ ਹੈ। ਅਤੇ ਕਹਿੰਦਾ ਵੀ ਇਹ ਮੈਨੂੰ ਕਹਿ ਰਿਹਾ ਵੀ ਤੇਰੀ ਜਿਹੜੀ ਇੱਕ ਹੈ ਉਹ ਵੀ ਮੈਂ ਕੱਢ ਕੇ ਰੱਖ ਦਿਆਂਗਾ। ਉਹਨੇ ਇਹ ਗਿਆਨ ਗਾਂਗੇ ਤੇਲੀ ਨੇ ਸਮਝ ਕੇ ਦੋਵੇਂ ਹੀ ਜਿਹੜੀਆਂ ਉਂਗਲਾਂ ਖੜੀਆਂ ਕਰ ਦਿੱਤੀਆਂ। ਅਤੇ ਪੰਡਿਤ ਨੇ ਇਹ ਸਮਝਿਆ ਵੀ ਇਹ ਕਹਿ ਰਿਹਾ ਵੀ ਪਰਮੇਸ਼ਰ ਨਿਰਗੁਣ ਸਰੂਪ ਵੀ ਹੈ ਅਤੇ ਸਰਗੁਣ ਸਰੂਪ ਵੀ ਹੈ, ਚੱਕਰ ਚਿਹਨਾਂ ਤੋਂ 12 ਵੀ ਹੈ ਅਤੇ ਚੱਕਰ ਚਿਹਨਾਂ ਦੇ ਸਹਿਤ ਵੀ ਹੈ। ਇਹ ਬੜਾ ਯਥਾਰਥ ਇਹਨੇ ਉੱਤਰ ਦਿੱਤਾ ਹੈ। ਬ੍ਰਾਹਮਣ ਨੇ ਤਾਂ ਆਪਣਾ ਗਿਆਨ ਸਹੀ ਸਮਝਿਆ, ਕਹਿੰਦਾ ਵੀ ਸਹੀ ਕਿਹਾ ਇਹਨੇ, ਪਰ ਵਿਦਵਾਨ ਚੰਗਾ ਤਗੜਾ ਹੀ ਲੱਗਦਾ ਮੈਨੂੰ, ਅਤੇ ਇਹ ਸਮਝ ਗਿਆ ਵੀ ਸਹੀ ਉੱਤਰ ਦਿੱਤਾ ਹੈ। ਉੱਧਰ ਗਾਂਗੇ ਤੇਲੀ ਨੇ ਇਹ ਸਮਝਿਆ ਵੀ ਮੈਨੂੰ ਇਹ ਕਹਿੰਦਾ ਵੀ ਤੇਰੀ ਇੱਕ ਅੱਖ ਵੀ ਕੱਢ ਦਿਆਂਗਾ, ਜਿਸ ਕਰਕੇ ਉਹਨੇ 2 ਉਂਗਲਾਂ ਖੜੀਆਂ ਕਰ ਦਿੱਤੀਆਂ ਵੀ ਤੇਰੀਆਂ ਮੈਂ ਦੋਵੇਂ ਕੱਢ ਦਿਆਂਗਾ। ਪੰਡਿਤ ਨੇ ਸਹੀ ਜਵਾਬ ਸਮਝਿਆ, ਫਿਰ ਇਹਨੇ ਆਪਣਾ ਹੱਥ ਖੜਾ ਕਰ ਦਿੱਤਾ, 5 ਉਂਗਲਾਂ ਖੜੀਆਂ ਕਰ ਦਿੱਤੀਆਂ। ਜਦੋਂ ਹੱਥ ਖੋਲ੍ਹ ਕੇ 5 ਉਂਗਲਾਂ ਖੜੀਆਂ ਕੀਤੀਆਂ ਅਤੇ ਗਾਂਗਾ ਤੇਲੀ ਥੋੜ੍ਹਾ ਹਿੱਲ ਗਿਆ, ਕਹਿੰਦਾ ਵੀ ਇਹ ਤਾਂ ਪਹਿਲਾਂ ਕਹਿੰਦਾ ਸੀ ਵੀ ਤੇਰੀ ਇੱਕ ਅੱਖ ਕੱਢ ਦਿਆਂਗਾ, ਹੁਣ ਮੈਨੂੰ 5 ਉਂਗਲਾਂ ਹੱਥ ਖੋਲ੍ਹ ਕੇ ਇਹ ਦਿਖਾ ਰਿਹਾ ਵਾ ਵੀ ਜੇ ਬਹੁਤਾ ਬੋਲੇਂਗਾ ਤਾਂ ਤੇਰੇ ਮੈਂ ਮੂੰਹ 'ਤੇ ਥੱਪੜ ਮਾਰਾਂਗਾ। ਇਹ ਕੁਝ ਸਮਝ ਕੇ ਗਾਂਗੇ ਤੇਲੀ ਨੇ ਉਲਟਾ ਹੀ ਆਪਣਾ ਗਿਆਨ ਅਤੇ ਜਿਹੜੀ ਮੁੱਠ ਮੀਟ ਲਈ ਘਸੁੰਨ ਵੱਟ ਲਿਆ ਤੂੰ ਵੀ ਤੂੰ ਮੇਰੇ ਚਪੇੜ ਮਾਰੇਂਗਾ ਅਤੇ ਮੇਰੇ ਕੋਲ ਵਿਦਵਾਨ ਹੈ, ਮੈਂ ਰਾਜੇ ਦਾ ਬੰਦਾ, ਤੇਰੇ ਮੈਂ ਘਸੁੰਨ ਮਾਰਾਂਗਾ, ਤੂੰ ਮੈਨੂੰ ਕੀ ਕਰੇਂਗਾ। ਇਹਨੇ ਅੱਗੋਂ ਘਸੁੰਨ ਵੱਟ ਲਿਆ ਅਤੇ ਉੱਧਰੋਂ ਪੰਡਿਤ ਨੇ ਇਹ ਸਮਝ ਲਿਆ ਵੀ ਪੰਡਿਤ ਨੇ ਤਾਂ ਇਹ ਸਵਾਲ ਕੀਤਾ 5 ਉਂਗਲਾਂ ਖੜੀਆਂ ਕਰਕੇ ਵੀ ਸ੍ਰਿਸ਼ਟੀ ਸਾਰੀ 5 ਤੱਤਾਂ ਤੋਂ ਬਣੀ ਹੋਈ ਅਤੇ ਉਹ ਪਰਮਾਤਮਾ ਦਾ ਜਿਹੜਾ ਸਰਗੁਣ ਸਰੂਪ ਉਹ ਵੀ 5 ਤੱਤਾਂ ਤੋਂ ਬਣਿਆ ਹੋਇਆ। ਉਹਨੇ ਤਾਂ ਇਹ ਗੱਲ ਕੀਤੀ, ਇੱਧਰ ਇਹਨੇ ਸਮਝ ਲਿਆ ਵੀ ਮੈਨੂੰ ਚਪੇੜ ਵੱਟਦਾ, ਮੈਂ ਮੁੱਕੀ ਮਾਰ ਦਿਆਂਗਾ। ਜਦੋਂ ਇਹਨੇ ਘਸੁੰਨ ਵੱਟਿਆ ਹੈ ਅਤੇ ਪੰਡਿਤ ਨੇ ਇਹ ਸਮਝਿਆ ਗਿਆਨ ਵੀ ਇਹ ਕਹਿ ਰਿਹਾ ਵੀ 5 ਤੱਤ ਵੱਖਰੇ ਵੱਖਰੇ ਨਹੀਂ, 5 ਤੱਤ ਇਕੱਠੇ ਮਿਲ ਕੇ ਸ੍ਰਿਸ਼ਟੀ ਰਚੀ ਹੈ। 5 ਤੱਤਾਂ ਤੋਂ 5 ਤੱਤਾਂ ਨੂੰ ਮਿਲ ਕੇ 5 ਪ੍ਰਕਿਰਤੀਆਂ ਬਣਦੀਆਂ ਤਾਂ ਸ੍ਰਿਸ਼ਟੀ ਪੈਦਾ ਹੁੰਦੀ। ਅਤੇ ਇਹ ਬ੍ਰਾਹਮਣ ਨੇ ਗਿਆਨ ਸਮਝ ਲਿਆ, ਪੰਡਿਤ ਨੇ ਉੱਧਰ ਤੋਂ ਘਸੁੰਨ ਵੱਟੀ ਫਿਰਦਾ ਸੀ। ਇਸ ਕਰਕੇ ਇਹ ਪੰਡਿਤ ਇਸ਼ਾਰਿਆਂ ਨਾਲ ਜਦੋਂ ਐਵੇਂ 2-3 ਸਵਾਲਾਂ ਦੇ ਨੂੰ ਉੱਤਰ ਮਿਲ ਗਏ ਅਤੇ ਇਹਨੂੰ ਮੁੜ ਕੇ ਕੋਈ ਗੱਲ ਨਾ ਆਈ। ਉੱਧਰ ਪੰਡਤਾਂ ਨੇ ਜਿਹੜੇ ਢੰਡੋਰਾ ਪਿੱਟ ਦਿੱਤਾ, ਤਾੜੀਆਂ ਮਾਰ ਦਿੱਤੀਆਂ ਵੀ ਗਾਂਗਾ ਤੇਲੀ ਜਿੱਤ ਗਿਆ, ਗਾਂਗਾ ਤੇਲੀ ਜਿੱਤ ਗਿਆ। ਅਤੇ ਇਹ ਫਿਰ ਬੜਾ ਜਿਹੜਾ ਹੈਰਾਨ ਹੋਇਆ। ਅਤੇ ਉਸ ਵੇਲੇ ਗਾਂਗੇ ਤੇਲੀ ਨੇ ਸੋਚਿਆ ਵੀ ਜੁੱਤੀ ਮੇਰੀ ਨਵੀਂ ਆ, ਕੋਈ ਚੁੱਕ ਚੱਕ ਨਾ ਲਏ। ਇਹਨੇ ਆਪਣੀ ਜੁੱਤੀ ਜਿਹੜੀ ਚੁੱਕ ਕੇ ਸੋਹਣੇ ਚੰਗੇ ਕੱਪੜੇ 'ਚ ਵਲੇਟ ਕੇ ਅਤੇ ਕੱਛ ਵਿੱਚ ਲੈ ਲਈ। ਜਦੋਂ ਕੱਛ ਵਿੱਚ ਲੈ ਲਈ, ਇਹ ਪੰਡਿਤ ਬਾਅਦ ਵਿੱਚ ਕੋਲ ਗਿਆ, ਕਹਿੰਦਾ ਵੀ ਵਿਦਵਾਨਾ ਤੂੰ ਤਾਂ ਬੜਾ ਤਕੜਾ ਵਿਦਵਾਨ ਹੈ ਵੀ ਤੂੰ ਤਾਂ ਮੈਨੂੰ ਇਸ਼ਾਰਿਆਂ ਨਾਲ ਹੀ ਹਰਾ ਦਿੱਤਾ, ਤੂੰ ਕਿਹੜਾ ਪੁਰਾਣ ਪੜ੍ਹਿਆ ਹੋਇਆ। ਕਹਿੰਦਾ ਵੀ ਕੀ ਤੂੰ ਪੜ੍ਹਿਆ ਹੋਇਆ, ਤੇਰੀਆਂ ਕੱਛ ਵਿੱਚ ਕੀ ਹੈ। ਕਹਿੰਦਾ ਵੀ ਕਿੰਗ ਪੁਸਤਕ ਬਗਲੰ, ਤੇਰੀ ਬਗਲ ਵਿੱਚ ਕਿਹੜੀ ਪੁਸਤਕ ਹੈ, ਕਿਹੜਾ ਗ੍ਰੰਥ ਹੈ। ਇਹ ਪੰਡਿਤ ਨੇ ਕਿਹਾ। ਗਾਂਗਾ ਤੇਲੀ ਅੱਗੋਂ ਕਹਿਣ ਲੱਗਾ ਵੀ ਕੰਟਕ ਚੂਰਨ ਪੁਰਾਣ, ਉਹ ਜੁੱਤੀ ਸੀ ਨਾ ਵੀ, ਅਤੇ ਇਹਨੇ ਕਿਹਾ ਵੀ ਕੰਟਕ ਚੂਰਨ ਪੁਰਾਣ। ਇਹ ਸੁਣ ਕੇ ਕਹਿਣ ਲੱਗਾ ਪੰਡਿਤ ਵੀ ਅੱਛਾ, ਅੱਜ ਤੱਕ ਇਹ ਮੈਂ ਪੁਰਾਣ 'ਤੇ ਕਦੀ ਸੁਣਿਆ ਨਹੀਂ, ਇਹ ਮੈਂ ਪੜ੍ਹਿਆ ਨਹੀਂ, ਤਾਂ ਹੀ ਤੂੰ ਮੈਨੂੰ ਹਰਾ ਗਿਆ। ਇਹ ਤਾਂ ਉੱਥੋਂ ਨਮਸਕਾਰ ਕਰਕੇ ਚਲਾ ਗਿਆ ਅਤੇ ਆਪਣੇ ਉਸਤਾਦ ਨਾਲ ਜਾ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸਤਾਦ ਜੀ ਤੁਸਾਂ ਨੇ ਮੈਨੂੰ ਫਲਾਣਾ ਤੁਸੀਂ ਗ੍ਰੰਥ ਨਹੀਂ ਪੜ੍ਹਾਇਆ, ਅੱਜ ਮੈਂ ਹਾਰ ਗਿਆ ਇਸ਼ਾਰਿਆਂ ਨਾਲ ਹੀ, ਤੁਸੀਂ ਮੈਨੂੰ ਚੰਗੀ ਤਰ੍ਹਾਂ ਪੜ੍ਹਾਉਂਦੇ, ਕਾਹਨੂੰ ਮੈਂ ਹਾਰਦਾ।
ਉਹ ਕਹਿਣ ਲੱਗਾ ਵੀ ਗੱਲ ਕੀ ਹੋਈ ਹੈ। ਕਹਿੰਦਾ ਕਿ ਵਿਦਵਾਨ ਮੇਰੇ ਉਸਤਾਦ ਜੀ, ਤੁਸਾਂ ਨੇ ਮੈਨੂੰ ਇੱਕ ਪੁਰਾਣ ਨਹੀਂ ਪੜ੍ਹਾਇਆ ਜਿਹਦੇ ਕਰਕੇ ਮੈਂ ਹਾਰ ਗਿਆ। ਉਹ ਕਹਿਣ ਲੱਗੇ ਵੀ ਕਿਹੜਾ ਪੁਰਾਣ? ਕਹਿੰਦਾ ਕੰਟਕ ਚੂਰਨ ਪੁਰਾਣ ਨਹੀਂ ਤੁਸਾਂ ਨੇ ਪੜ੍ਹਾਇਆ ਹੈ। ਉਹ ਹੱਸੇ ਹੈ ਵਿਦਵਾਨ, ਉਹਦਾ ਉਸਤਾਦ ਕਹਿੰਦਾ ਵੀ ਮੂਰਖਾ, ਇਹ ਕੰਟਕ ਚੂਰਨ ਪੁਰਾਣ ਤੇ ਕੋਈ ਨਹੀਂ ਹੈਗਾ ਅਜੇ ਤੱਕ, 18 ਹੀ ਪੁਰਾਣ ਹੈ, ਹੋਰ ਕਿਹੜਾ ਪੁਰਾਣ ਹੈ? ਇੱਕ ਪੁਰਾਣ ਤੂੰ ਕਿੱਥੋਂ ਲੱਭ ਲਿਆ ਇੱਕ? ਇਹ ਕਹਿੰਦਾ ਨਹੀਂ ਜੀ, ਜਿਹਨੇ ਮੈਨੂੰ ਹਰਾਇਆ ਉਹਨੇ ਪੜ੍ਹਿਆ ਹੋਇਆ ਹੈ ਅਤੇ ਉਹਨੇ ਇਸ ਕਰਕੇ ਹਰਾ ਦਿੱਤਾ। ਇਹ ਹੁਣ ਇਹਦਾ ਉਸਤਾਦ ਬੜਾ ਸਿਆਣਾ ਸੀ, ਚੰਗਾ ਵਿਦਵਾਨ ਸੀ। ਉਹ ਕਹਿਣ ਲੱਗਾ ਮੂਰਖਾ, ਇਹ ਕੰਟਕ ਚੂਰਨ ਪੁਰਾਣ ਦਾ ਮਤਲਬ ਹੈ, ਕੰਟਕ ਦਾ ਅਰਥ ਕੰਡੇ ਅਤੇ ਚੂਰਨ ਵੀ ਚੂਰਨ ਕਰਨ ਵਾਲਾ ਪੁਰਾਣ ਕਹੀਏ ਛਿੱਤਰ, ਭਾਵ ਕੰਡਿਆਂ ਨੂੰ ਚੂਰਨ ਕਰ ਦੇਣ ਵਾਲਾ ਛਿੱਤਰ ਹੈ, ਉਹ ਪੁਰਾਣ ਦੀ ਉਹਨੇ ਗੱਲ ਕੀਤੀ ਹੈ। ਅਤੇ ਇਹ ਕਹਿੰਦਾ ਵੀ ਨਹੀਂ ਨਹੀਂ, ਕਹਿੰਦਾ ਜੇ ਤੂੰ ਨਹੀਂ ਯਕੀਨ ਤਾਂ ਉਹਨੂੰ ਜਾ ਕੇ ਪੁੱਛ ਲਾ ਜਿਹਦੇ ਕੋਲ ਹਾਰ ਕੇ ਆਇਆ। ਇਹ ਫਿਰ ਪੰਡਿਤ ਉੱਥੇ ਆ ਗਿਆ ਰਾਜੇ ਕੋਲ, ਕਹਿਣ ਲੱਗਾ ਵੀ ਰਾਜਾ ਜੀ, ਜਿਹੜਾ ਤੁਹਾਡਾ ਵਿਦਵਾਨ ਹੈ ਜਿਹਨਾਂ ਮੈਂ ਚਰਚਾ ਕੀਤੀ ਅਤੇ ਹਾਰ ਗਿਆ, ਉਹਦੇ ਨਾਲ ਮੇਰੀ ਗੱਲਬਾਤ ਕਰਾਓ, ਮੈਂ ਉਹਨੂੰ ਮਿਲਣਾ ਚਾਹੁੰਦਾ। ਰਾਜੇ ਨੇ ਆਪਣੇ ਵਿਦਵਾਨ ਪੰਡਿਤ ਨੂੰ ਸੱਦਿਆ, ਕਹਿੰਦਾ ਵੀ ਉਹਦੀ ਵਿਦਵਾਨ ਦੀ ਪੰਡਿਤ ਨਾਲ ਗੱਲ ਕਰਾਓ, ਫਿਰ ਮਿਲਣਾ ਚਾਹੁੰਦਾ। ਉਹ ਪੰਡਿਤ ਕਹਿੰਦਾ ਵੀ ਆ ਤੂੰ ਲੈ ਚੱਲਾਂ। ਜਦੋਂ ਲੈ ਕੇ ਗਏ ਅਤੇ ਉੱਥੇ ਅਗਲੇ ਪਾਸੇ ਗਾਂਗਾ ਤੇਲੀ ਜੋ ਅੱਖੋਂ ਕਾਣਾ ਸੀ ਅਤੇ ਇਹ ਆਪਣੇ ਬਾਲਦੂ 'ਤੇ ਚੜ੍ਹੀ ਫਿਰਦਾ ਸੀ, ਟਹਿਲਦਾ ਫਿਰਦਾ ਸੀ। ਇਹ ਜਦੋਂ ਪੰਡਿਤ ਨੇ ਵੇਖਿਆ ਤਾਂ ਹੈਰਾਨ ਹੋ ਗਿਆ, ਕਹਿੰਦਾ ਇਹ ਤਾਂ ਗਾਂਗਾ ਤੇਲੀ ਹੈ। ਅਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ ਵੀ ਤੂੰ ਮੈਨੂੰ ਕਿਵੇਂ ਹਰਾ ਦਿੱਤਾ? ਵੀ ਮੈਂ ਤੈਨੂੰ ਸਵਾਲ ਕੀਤੇ 2-3 ਅਤੇ ਨਾਲੇ ਆਂਦਾ ਵੀ ਤੂੰ ਕਿਹੜਾ ਪੁਰਾਣ ਪੜ੍ਹਿਆ? ਉਹ ਪੁਰਾਣ ਦੇ ਮੈਨੂੰ ਦਰਸ਼ਨ ਕਰਾਂ। ਗਾਂਗਾ ਤੇਲੀ ਕਹਿੰਦਾ ਦਰਸ਼ਨ ਕਰਨੇ ਚਾਹੁੰਦਾ ਤੂੰ? ਕਹਿੰਦਾ ਹਾਂ। ਆਂਦਾ ਆ ਇੱਧਰ। ਉਹ ਲੈ ਗਿਆ ਆਪਣੇ ਮਕਾਨ ਵੱਲ, ਉਹ ਜਿਹੜੀ ਜੁੱਤੀ ਕੱਪੜਿਆਂ ਵਿੱਚ ਵਲੇਟੀ ਹੋਈ ਸੀ ਉਹ ਵਿਖਾਈ, ਕਹਿੰਦਾ ਆਹ ਸਾਡਾ ਪੁਰਾਣ ਨਹੀਂ। ਇਹ ਵੇਖ ਕੇ ਬੜਾ ਉਸ ਵੇਲੇ ਰੋਇਆ, ਕਹਿੰਦਾ ਵੀ ਉਹ ਹੋ ਮਨਾ, ਆਹ ਤੇ ਤੈਨੂੰ ਗਾਂਗਾ ਤੇਲੀ ਹਰਾ ਗਿਆ ਹੈ। ਕਹਿੰਦਾ ਵੀ ਇਹਦਾ ਤੂੰ ਨਾਂ ਕਿਵੇਂ ਰੱਖ ਦਿੱਤਾ? ਆਂਦਾ ਤੈਨੂੰ ਪਤਾ ਤਾਂ ਹੈਗਾ ਹੀ ਹੈ ਵੀ ਕੰਟਕ ਚੂਰਨ ਪੁਰਾਣ, ਵੀ ਕੰਡਿਆਂ ਨੂੰ ਚੂਰ ਕਰ ਦੇਣ ਵਾਲਾ ਪੁਰਾਣ, ਛਿੱਤਰ ਨਾਲ ਚੂਰ ਹੀ ਹੁੰਦੇ ਕੰਡੇ, ਹੋਰ ਕੀ ਹੁੰਦਾ? ਇਹ ਕੁਝ ਸੁਣ ਕੇ ਅਤੇ ਬ੍ਰਾਹਮਣ ਬੜਾ ਹੈਰਾਨ ਹੋਇਆ। ਫਿਰ ਕਹਿਣ ਲੱਗਾ ਵੀ ਤੈਨੂੰ ਮੈਂ ਸਵਾਲ ਕੀਤੇ ਹੈ, ਉਹ ਵੀ ਤੂੰ ਯਥਾਰਥ ਸਹੀ ਸਹੀ ਉੱਤਰ ਦਿੱਤੇ ਹੈ। ਅਤੇ ਗਾਂਗਾ ਤੇਲੀ ਕਹਿੰਦਾ ਵੀ ਮੈਂ ਕੀ ਸਹੀ ਉੱਤਰ ਦਿੱਤੇ ਹੈ, ਤੂੰ ਕੀ ਸਮਝਿਆ ਹੈ? ਇਹ ਕਹਿੰਦਾ ਮੈਂ ਉਂਗਲੀ ਖੜੀ ਕੀਤੀ, ਤੈਨੂੰ ਕਿਹਾ ਵੀ ਪਰਮਾਤਮਾ ਇੱਕ ਹੈ, ਅਤੇ ਤੂੰ ਕਿਹਾ ਵੀ 2 ਉਂਗਲਾਂ ਖੜੀਆਂ ਕਰਕੇ ਵੀ ਨਹੀਂ, ਉਹ ਨਿਰਗੁਣ ਸਰਗੁਣ ਸਰੂਪ ਹੈ। ਗਾਂਗਾ ਤੇਲੀ ਕਹਿੰਦਾ ਮੈਂ ਇਹੋ ਜਿਹਾ ਕੋਈ ਉੱਤਰ ਨਹੀਂ ਦਿੱਤਾ, ਮੈਂ ਤਾਂ ਇਹ ਸੋਚਿਆ ਵੀ ਤੂੰ ਕਹਿੰਦਾ ਤੇਰੀ ਇੱਕ ਅੱਖ ਕੱਢ ਕੇ ਰੱਖ ਦਿਆਂਗਾ, ਅਤੇ ਮੈਂ ਅੱਗੋਂ ਕਿਹਾ ਵੀ ਮੈਂ ਤੇਰੀਆਂ ਦੋਵਾਂ ਹੀ ਕੱਢ ਕੇ ਰੱਖ ਦਿਆਂਗਾ। ਫਿਰ ਉਹ ਕਹਿੰਦਾ ਵੀ ਮੈਂ ਤੈਨੂੰ ਕਿਹਾ ਸੀ ਵੀ 5 ਹੱਥ ਖੜਾ ਕਰਕੇ 5 ਉਂਗਲਾਂ ਨਾਲ ਇਹ ਸ੍ਰਿਸ਼ਟੀ ਜਿਹੜੀ 5 ਤੱਤਾਂ ਤੋਂ ਬਣੀ ਹੈ। ਤੂੰ ਅਗਲਾ ਜਵਾਬ ਵੀ ਸਹੀ ਦਿੱਤਾ ਵੀ ਨਹੀਂ, ਉਹ 5 ਤੱਤਾਂ ਨੂੰ ਮਿਲਾ ਕੇ ਬਣੀ ਹੈ। ਗਾਂਗਾ ਤੇਲੀ ਕਹਿੰਦਾ ਵੀ ਮੈਂ ਐਸਾ ਕੋਈ ਨਹੀਂ ਉੱਤਰ ਦਿੱਤਾ, ਮੈਂ ਤਾਂ ਤੈਨੂੰ ਇਹ ਉੱਤਰ ਦਿੱਤਾ ਵੀ ਤੂੰ, ਮੈਂ ਸੋਚਿਆ ਤੂੰ ਮੈਨੂੰ ਥੱਪੜ ਮਾਰੇਗਾ, ਮੈਂ ਸੋਚਿਆ ਵੀ ਤੈਨੂੰ ਮੈਂ ਘਸੁੰਨ ਮਾਰਾਂਗਾ, ਮੈਂ ਤੈਨੂੰ ਕੋਈ ਸਵਾਲ ਜਵਾਬ ਸਹੀ ਸਹੀ ਨਹੀਂ ਦਿੱਤਾ ਹੈ। ਜਦੋਂ ਇਹ ਕੁਝ ਇਹਨੇ ਪੰਡਿਤ ਨੇ ਸੁਣਿਆ ਹੈ, ਉਸ ਵੇਲੇ ਜਿਹੜਾ ਹੈ ਰੋਇਆ ਹੈ ਪੰਡਿਤ ਬੜੀ ਜੀ। ਕਹਿੰਦਾ ਓਹੋ ਮਨਾ, ਕੱਲ੍ਹ ਨੂੰ ਤੂੰ ਇਸ਼ਾਰਿਆਂ ਨਾਲ ਚਰਚਾ ਕਰਨੀ ਸੀ, ਗਾਂਗੇ ਤੇਲੀ ਵਰਗਿਆਂ ਤੋਂ ਗਿਆਨੀਆਂ ਤੋਂ ਹਾਰ ਕੇ ਬਹਿ ਗਏ, ਇੰਨਾ ਗਿਆਨੀ ਹੋ ਕੇ। ਅਤੇ ਮਹਾਰਾਜ ਨੇ ਬਚਨ ਲਿਖਿਆ ਵੀ ਪੰਡਿਤ ਰੋਵ ਹੈ ਗਿਆਨ ਗਵਾਏ, ਵੀ ਪੰਡਿਤ ਜਿਹੜੇ ਰੋਂਦੇ ਆਪਣਾ ਗਾਂਗੇ ਤੇਲੀ ਵਰਗੇ ਜਿਹੜੇ ਹੈਗੇ, ਜਿਹਨਾਂ ਨੂੰ ਕੁਝ ਵੀ ਨਹੀਂ ਪਤਾ, ਉਹਨਾਂ ਅੱਗੇ ਆਪਣਾ ਗਿਆਨ ਗਵਾ ਕੇ ਪੰਡਿਤ ਵਿਦਵਾਨ ਲੋਕ ਰੋਂਦੇ ਆ ਉੱਚੀ ਉੱਚੀ। ਇਹ ਫਿਰ ਬੜਾ ਰੋਇਆ ਸੀ, ਕਹਿੰਦਾ ਵੀ ਕੱਲ੍ਹ ਨੂੰ ਐਸੀ ਚਰਚਾ ਕਰਨੀ ਸੀ, ਐਵੇਂ ਹਾਰ ਕੇ ਬਹਿ ਗਏ, ਇੱਜ਼ਤ ਪਾਤੀ ਲਵਾ ਕੇ ਬਹਿ ਗਏ ਹਾਂ। ਅੰਤ ਕਾਲ ਜਾਮਾ ਕੇ ਬਸ ਹੋਏ। ਮਹਾਰਾਜ ਕਹਿੰਦੇ ਆ ਸ਼ਾਹੂਕਾਰਾ, ਪੰਡਿਤ ਜਿਹੜੇ ਮੁੱਖੋਂ ਗਿਆਨ ਦੇ ਬਚਨ ਕਹਿੰਦੇ ਆ ਨਾ, ਅਤੇ ਹੰਕਾਰ ਕਰਦੇ ਵੀ ਸਾਡੇ ਨਾਲ ਚਰਚਾ ਕਰੋ, ਅਸੀਂ ਹਰਾ ਕੇ ਰੱਖ ਦਿਆਂਗੇ, ਉਹ ਫਿਰ
ਜਿਹੜੇ ਆਪਣਾ ਗਿਆਨ ਝਾੜਦੇ ਆ ਤੇ ਉਹ ਰੋਂਦੇ ਆ, ਕਿਉਂਕਿ ਜਿਵੇਂ ਅਗਿਆਨੀ ਲੋਕ ਦੂਜਿਆਂ ਨੂੰ ਕਹੀ ਜਾਂਦੇ ਐਸਾ ਕਰੋ ਤੈਸਾ ਕਰੋ, ਆਪ ਨਹੀਂ ਕਰਦੇ, ਔਰ ਉਪਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਐਸੀ ਹਾਲਤ ਹੁੰਦੀ ਹੈ, ਅੰਤ ਕਾਲ ਨੂੰ ਉਹ ਜਮ ਦੇ ਵੱਸ ਹੋ ਜਾਂਦੇ ਆ, ਮਰ ਕੇ ਜਾਂਦੇ, ਔਖੇ ਹੁੰਦੇ ਆ। ਦੁਖ ਪਾਵਹਿ ਰੋਵਹਿ ਤਬ ਸੋਏ। ਜਦੋਂ ਫਿਰ ਅਗਿਆਨ ਕਰਕੇ ਦੁੱਖ ਪਾਉਂਦੇ, ਭਾਵ ਜੋ ਬਚਨ ਕਹਿੰਦੇ ਆਪਣੇ ਤੇ ਨਹੀਂ ਢਕਾਉਂਦੇ, ਤੇ ਤਦੋਂ ਉਹ ਪੰਡਿਤ ਵਿਦਵਾਨ ਬੜੇ ਰੋਂਦੇ ਆ, ਗਾਂਗੇ ਤੇਲੀ ਵਰਗਿਆਂ ਤੋਂ ਹੀ ਹਾਰ ਕੇ। ਭਰਤਾ ਮਿਰਤ ਭਏ ਤੇ ਨਾਰੀ। ਫਿਰ ਮਹਾਰਾਜ ਜੋ ਬਚਨ ਹੈ ਕਿ ਬਾਲੀ ਰੋਵੈ ਨਾਹੇ ਪਤਾਰ, ਉਹਦੇ ਹੁਣ ਇੱਥੇ ਕਥਾ ਆ ਰਹੀ ਹੈ ਵੀ ਭਰਤਾ ਮਿਰਤ ਜਿਹੜੀ ਨਾਰੀ ਹੈ, ਉਹਦਾ ਜੇ ਪਤੀ ਮਰ ਜਾਏ ਤੇ ਉਹ ਬੜਾ ਰੋਂਦੀ ਹੈ। ਰੋਵਹਿ ਸੇ ਗੁਣ ਕਰਤ ਉਚਾਰੀ। ਐਵੇਂ ਆਪਣੇ ਪਤੀ ਦੇ ਗੁਣ ਉਚਾਰ ਕੇ ਤੇ ਬੜਾ ਰੋਂਦੀ ਹੈ। ਬਾਲੀ ਰੋਵੈ ਨਾਹੇ ਪਤਾਰ, ਸਿੱਧਾ ਜਿਹਾ ਅਰਥ ਵੀ ਇਸਤਰੀ ਦਾ ਜੇ ਪਤੀ ਨਾ ਹੋਵੇ ਤਾਂ ਉਹ ਬਹੁਤ ਰੋਂਦੀ ਹੈ। ਪਤੀ ਵਰਤਾ ਇਸਤਰੀ ਜਿਹੜੀ ਹੈ ਉਹਦਾ ਪਤੀ ਨਾ ਹੋਵੇ ਉਹ ਬੜਾ ਰੋਂਦੀ ਹੈ। ਇਸੇ ਤਰ੍ਹਾਂ ਪਦਮ ਪੁਰਾਣ ਵਿੱਚ ਕਥਾ ਹੁੰਦੀ ਹੈ। ਦਿਵਿਓ ਦਾਸ ਇੱਕ ਬ੍ਰਾਹਮਣ ਸੀ, ਉਹਦੀ ਲੜਕੀ ਸੀ ਦਿਵਿਆ ਦੇਵੀ। ਉਹ ਵੱਡੀ ਹੋਈ ਜਾਣ ਕੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਤੈਅ ਕਰ ਦਿੱਤੀ। ਜਦੋਂ ਫੇਰਿਆਂ ਦੇ ਉਹਦਾ ਪਤੀ ਅਤੇ ਉਹ ਲੜਕੀ ਬੈਠੀ ਹੈ ਦਿਵਿਆ ਦੇਵੀ, ਅਤੇ ਉਹਦਾ ਪਤੀ ਉੱਥੇ ਚੜ੍ਹਾਈ ਕਰ ਗਿਆ ਫੇਰਿਆਂ ਦੇ। ਫਿਰ ਇਹਨੇ ਦੂਸਰਾ ਰਿਸ਼ਤਾ ਕੀਤਾ ਫੇਰਿਆਂ ਦੇ, ਜਦੋਂ ਫਿਰ ਬੈਠਾ ਦਾ ਪਤੀ ਉਹ ਵੀ ਮਰ ਗਿਆ। ਇਵੇਂ 21 ਵਾਰ ਦੇ ਪਤੀ ਮਰ ਗਏ ਦਿਵਿਆ ਦੇਵੀ ਦੇ, ਅਤੇ ਜਿਸ ਕਰਕੇ ਉਹ ਲੜਕੀ ਪਤੀ ਤੋਂ ਬਿਨਾਂ ਰੋਂਦੀ ਜਿਹੜੀ ਹੈ ਮਰ ਗਈ ਸੀ, ਆਪ ਵੀ ਰੋਂਦੀ ਸਾਰੀ ਉਮਰ ਬਿਤਾ ਲਈ। ਇਸੇ ਤਰ੍ਹਾਂ ਬਾਲੀ ਰੋਵੈ ਨਾਹੇ ਪਤਾਰ, ਜਦੋਂ ਸੁਗਰੀਵ ਦਾ ਭਰਾ ਜੋ ਬਾਲੀ ਸੀ, ਜਿਸ ਨੇ ਸੁਗਰੀਵ ਦੀ ਪਤਨੀ ਨੂੰ ਵੀ ਖੋਹ ਲਿਆ ਅਤੇ ਨਾਲੇ ਰਾਜ ਭਾਗ ਖੋਹ ਲਿਆ ਸੀ, ਜਦੋਂ ਸੁਗਰੀਵ ਦਾ ਰਾਮਚੰਦਰ ਜੀ ਨਾਲ ਮੇਲ ਹੋਇਆ ਅਤੇ ਉਹ ਅਗਨ ਬਾਣ ਮਾਰ ਕੇ ਉਹਨੂੰ ਮਾਰਿਆ ਸੀ। ਅਤੇ ਜਿਹੜੀ ਇਹਦੀ ਘਰਵਾਲੀ ਹੈ ਬਾਲੀ ਦੀ ਤਾਰਾ, ਉਹ ਵੀ ਪਤੀ ਵੀ ਮੇਰਾ ਪਤੀ ਮਰ ਗਿਆ, ਹੁਣ ਮੇਰਾ ਪਤੀ ਨਹੀਂ ਰਿਹਾ ਹੈ, ਉਹ ਵੀ ਬੜਾ ਰੋਂਦੀ ਸੀ। ਬਾਲੀ ਰੋਵੈ ਨਾਹੇ ਪਤਾਰ, ਬਾਲੀ ਦੀ ਘਰਵਾਲੀ ਪਤੀ ਤੋਂ ਬਿਨਾਂ ਬੜਾ ਰੋਂਦੀ ਸੀ। ਇਵੇਂ ਇੱਕ ਦੂਲੋ ਦੇਵੀ ਹੋਈ ਹੈ, ਦੂਲੋ ਦੇਵੀ ਨਾਮ ਦੀ ਇਸਤਰੀ, ਉਹ ਵੀ ਜਦੋਂ ਪਤੀ ਦੀ ਨੂੰ ਪ੍ਰਾਪਤੀ ਨਾ ਹੋਈ ਵਿਸ਼ਨੂੰ ਭਗਵਾਨ ਦੀ, ਵੀ ਬੜਾ ਰੋਂਦੀ ਸੀ। ਅਤੇ ਉਹਨੇ ਪ੍ਰਾਣੀ ਇਹ ਕਰ ਲਿਆ ਸੀ ਕਿ ਮੈਂ ਵਿਸ਼ਨੂੰ ਭਗਵਾਨ ਨੇ ਹੀ ਸ਼ਾਦੀ ਕਰਨੀ। ਅਤੇ ਅੱਗੋਂ ਵਿਸ਼ਨੂੰ ਭਗਵਾਨ ਜੀ ਨੇ ਕਿਹਾ ਵੀ ਜੇ ਤੂੰ ਦੂਲੋ ਦੇਵੀ ਮੇਰੇ ਨਾਲ ਸ਼ਾਦੀ ਕਰਨੀ ਅਤੇ ਜਿਹੜਾ ਸਵਾਸ ਬੀਰਜ ਦੈਂਤ ਹੈ ਨਾ, ਇਹਨੂੰ ਮਾਰੇਂਗੀ ਤਾਂ ਮੈਨੂੰ ਵਰੇਂਗੀ। ਇਹ ਸ਼ਸਤਰ ਬਸਤਰ ਸਜਾ ਕੇ ਰਣ ਯੁੱਧ ਕਰ ਲਈ, ਸਵਾਸ ਬੀਜ ਦੈਂਤ ਨਾਲ ਚਲੀ ਗਈ। ਬੜਾ ਲੰਬਾ ਸਮਾਂ ਯੁੱਧ ਹੁੰਦਾ ਰਿਹਾ, ਪਰ ਉਹਨੂੰ ਮਾਰ ਨਾ ਸਕੀ ਅਤੇ ਵਿਸ਼ਨੂੰ ਭਗਵਾਨ ਨੂੰ ਵਰ ਨਾ ਸਕੀ, ਜਿਸ ਕਰਕੇ ਬਾਲੀ ਰੋਵੈ ਨਾਹੇ ਪਤਾਰ। ਪਤੀ ਤੋਂ ਬਿਨਾਂ ਦੂਲੋ ਦੇਵੀ ਇਸਤਰੀ ਵੀ ਵਿਸ਼ਨੂੰ ਭਗਵਾਨ ਪਤੀ ਨੂੰ ਪ੍ਰਾਪਤ ਨਾ ਕਰ ਸਕੀ ਅਤੇ ਬਹੁਤ ਰੋਂਦੀ ਰਹੀ। ਸ੍ਰੀ ਗੁਰ ਕਹਾ ਮਰਦਾਨਾ ਸੁਣੀਏ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ, ਧਿਆਨ ਦੇ ਕੇ ਸਾਡਾ ਬਚਨ ਸੁਣੀਏ। ਸਭ ਸੰਸਾਰ ਦੁਖੀ ਹੀ ਗੁਨੀਏ। ਨਾਨਕ ਦੁਖੀਆ ਸਭ ਸੰਸਾਰ, ਉਹ ਤੁਕ ਦਾ ਇੱਥੇ ਅਰਥ ਹੁਣ ਹੋ ਰਿਹਾ ਹੈ ਵੀ ਮਹਾਰਾਜ ਕਹਿੰਦੇ ਭਾਈ ਮਰਦਾਨਾ ਸ਼ਾਹੂਕਾਰਾ, ਸਾਰਾ ਸੰਸਾਰ ਹੀ ਦੁਖੀ ਹੈ, ਇਸ ਤਰ੍ਹਾਂ ਵਿਚਾਰ ਲਈਏ। ਫਸੇ ਮੋਹ ਰਹਿਤ ਦੁਖਾਰੇ। ਕਿਉਂਕਿ ਸੰਸਾਰ ਦੇ ਜੀਵ ਮੋਹ ਵਿੱਚ ਫਸੇ ਹੋਏ ਦੁਖੀ ਰਹਿੰਦੇ ਹਮੇਸ਼ਾ। ਜਗਤ ਉਦਦ ਕੋ ਪਾਏ ਨਾ ਪਾਰੇ। ਜਿਵੇਂ ਸਮੁੰਦਰ ਦਾ ਕੋਈ ਪਾਰਾਵਾਰ ਨਹੀਂ, ਹੰਨਾ ਬੰਨਾ ਨਹੀਂ ਪਾਇਆ ਜਾਂਦਾ, ਪਾਣੀ ਪਾਣੀ ਦਿਸਦਾ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਦੁੱਖ ਦਾ ਪਾਣੀ ਭਰਿਆ ਹੋਇਆ ਹੈ। ਕਾਮ ਕ੍ਰੋਧ ਲੋਭ ਮੋਹ ਮਮਤਾ ਦੇ ਇਹ ਜੀਵ ਜੰਤੂ ਤੁਰੇ ਫਿਰਦੇ ਹੈ, ਉਹ ਜੀਵ ਵਿੱਚ ਪਏ ਹੋਏ ਪਾਰਾਵਾਰ ਨਹੀਂ ਪਾਉਂਦੇ, ਦੁਖੀ ਹੋ ਰਹੇ ਰਾਤ ਦਿਨ। ਦੋਹਰਾ ਵਾਹਿਗੁਰੂ ਸਤਨਾਮ ਜੋ ਮਹਾਰਾਜ ਨੇ ਬਚਨ ਲਿਖੇ ਸ਼ਬਦ ਵਿੱਚ ਵੀ ਮੰਨੇ ਨਾਉ ਸੋਈ ਜਿਣ ਜਾਏ, ਉਹਦੀ ਕਥਾ ਹੁਣ ਹੋ ਰਹੀ ਹੈ।
ਮਹਾਰਾਜ ਕਹਿੰਦੇ ਆ ਵੀ ਜੋ ਵਾਹਿਗੁਰੂ ਸਤਿਨਾਮ ਵਾਹਿਗੁਰੂ ਹੈ, ਮਨ ਸੋ ਜਿਣ ਜਾਏ। ਜਿਹੜੇ ਸਤਿਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਆ ਉਹੀ ਉਹ ਸੰਸਾਰ ਤੋਂ ਇਹ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਜਾਂਦੇ ਆ। ਔਰ ਕਰਮ ਲੇਖਾ ਬਿਖਾ। ਹੋਰ ਜਿਹੜੇ ਕਰਮ ਹੈ ਨਾ ਸ਼ਾਹੂਕਾਰਾ, ਉਹ ਤੇ ਧਰਮ ਰਾਜੇ ਦੇ ਲੇਖੇ ਹਿਸਾਬ ਕਿਤਾਬ ਵਿੱਚ ਹੈ, ਉਹਦਾ ਲੇਖਾ ਜੋਖਾ ਧਰਮ ਰਾਜਾ ਲੈਂਦਾ ਹੈ। ਨਹ ਕੋ ਛੁਟਨ ਪਾਏ। ਛੁੱਟਣ ਦਾ ਤੇ ਹੋਰ ਕੋਈ ਯਤਨ ਨਹੀਂ ਹੈ ਸੰਸਾਰ ਤੋਂ। ਦੂਜੇ ਜਿਹੜੇ ਜਿੰਨੇ ਲੇਖੇ ਜੋਖੇ ਹਿਸਾਬ ਕਿਤਾਬ ਧਰਮ ਰਾਜੇ ਦੇ ਹਿਸਾਬ ਕਿਤਾਬ ਵਿੱਚ ਹੈ ਕਰਮ ਸਾਰੇ, ਤੇ ਕੋਈ ਯਤਨ ਨਹੀਂ ਹੈ ਛੁੱਟਣ ਦਾ। ਭਾਵੇਂ ਸੋਨੇ ਦੀ ਬੇੜੀ ਹੋਵੇ ਭਾਵੇਂ ਲੋਹੇ ਦੀ ਬੇੜੀ ਹੋਵੇ, ਬਾਨੀ ਦਿੰਦੀ ਹੈ। ਸੋਨੇ ਦੀ ਬੇੜੀ ਨੇ ਵੀ ਹੱਥ ਬੰਨ੍ਹ ਦੇਣੇ ਆ ਤੇ ਲੋਹੇ ਦੀ ਬੇੜੀ ਨੇ ਵੀ ਬੰਨ੍ਹ ਦੇਣੇ ਆ। ਇਸੇ ਤਰ੍ਹਾਂ ਜਿਹੜੇ ਪੁੰਨ ਹੈ ਸੋਨੇ ਦੀ ਬੇੜੀ ਵਾਂਗ ਹੈ ਕੀਤੇ ਹੋਏ, ਉਹ ਪੁੰਨ ਕੀਤੇ ਬੰਦੇ ਨੂੰ ਬੰਨ੍ਹ ਦਿੰਦੇ ਆ। ਜਿਹੜੇ ਮਾੜੇ ਕਰਮ ਹੈ ਲੋਹੇ ਦੀ ਬੇੜੀਆਂ ਹੈ, ਉਹ ਵੀ ਬੰਨ੍ਹ ਦਿੰਦੇ ਆ। ਇਹਨਾਂ ਤੋਂ ਛੁੱਟਣ ਦਾ ਕੋਈ ਯਤਨ ਨਹੀਂ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਿਨ ਹਰ ਭਜਨ ਨਹੀਂ ਛੁਟਕਾਰਾ। ਚੌਪਈ ਹਿਰਦੇ ਸੁਧ ਸੇ ਰਹਾ ਸ੍ਰੀ ਨਾਮੋ। ਜਿਨ੍ਹਾਂ ਦਾ ਹਿਰਦਾ ਮਨ ਸੁੱਧ ਹੈ ਉਹ ਪਰਮੇਸ਼ਰ ਦੇ ਨਾਮ ਸਤਿਨਾਮ ਵਾਹਿਗੁਰੂ ਨੂੰ ਸੇਵਦੇ ਜਪਦੇ ਐ। ਨਹ ਦਿਨ ਕੋ ਲੇਖਾ ਸੋ ਕਾਮੋ। ਭਾਈ ਮਰਦਾਨਾ ਅਤੇ ਸ਼ਾਹੂਕਾਰਾ, ਜਿਹੜੇ ਪਰਮੇਸ਼ਰ ਦਾ ਨਾਮ ਹਿਰਦੇ ਸ਼ੁੱਧ ਨਾਲ ਜਪਦੇ ਹੈ ਨਾ ਸੇਵਦੇ ਹੈ, ਉਹਨਾਂ ਦਾ ਧਰਮ ਰਾਜ ਦੇ ਜਿਹੜੇ ਲੇਖੇ ਹਿਸਾਬ ਕਿਤਾਬ ਨਾਲ ਕੋਈ ਲੇਖਾ ਜੋਖਾ ਨਹੀਂ ਰਹਿ ਜਾਂਦਾ, ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਧਰਮ ਰਾਏ ਕੋ ਕਾਗਦ ਪਾਰਾ। ਧਰਮ ਰਾਜੇ ਦਾ ਜਿਹੜਾ ਲੇਖੇ ਜੋਖੇ ਦਾ ਹਿਸਾਬ ਕਿਤਾਬ ਦਾ ਕਾਗਜ਼ ਹੈ, ਉਹਨਾਂ ਦਾ ਪਾਟ ਜਾਂਦਾ ਹੈ, ਪਾੜ ਦਿੰਦਾ ਧਰਮ ਰਾਜਾ ਆਪ ਵੀ। ਜਾਵਤ ਪੰਥ ਨਾ ਕੋ ਅਟਕਾਰਾ। ਉਹ ਸੱਚਖੰਡ ਦੇ ਰਸਤੇ ਵਿੱਚ ਜਾਂਦਿਆਂ ਉਹਨਾਂ ਨੂੰ ਕੋਈ ਨਹੀਂ ਰੋਕਦਾ ਹੈ। ਜਿਹੜੇ ਪਰਮੇਸ਼ਰ ਦੇ ਨਾਮ ਦਾ ਸੇਵਨ ਕਰਦੇ ਉਹ ਹਿਸਾਬ ਕਿਤਾਬ ਵਿੱਚ ਨਹੀਂ ਰਹਿ ਜਾਂਦੇ ਧਰਮ ਰਾਜੇ ਦੇ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਸ ਸੱਚੀ ਦਰਗਾਹ ਸੱਚਖੰਡ ਵਿੱਚ ਧਰਮ ਰਾਜ ਦਾ ਹਿਸਾਬ ਕਿਤਾਬ ਦਾ ਲੇਖਾ ਜੋਖੇ ਦਾ ਕਾਗਜ਼ ਪਾੜ ਦਿੱਤਾ ਜਾਂਦਾ ਹੈ। ਉਹ ਨਹੀਂ ਕਿਸੇ ਲੇਖੇ ਵਿੱਚ ਆਉਂਦੇ। ਉਹਦੇ ਪਰਲੋਕ ਦੇ ਰਸਤੇ 'ਤੇ ਜਾਂਦਿਆਂ ਨੂੰ ਕੋਈ ਨਹੀਂ ਰੋਕਦਾ। ਉਹਨਾਂ ਨੂੰ ਨਹੀਂ ਕੋਈ ਕਹਿੰਦਾ ਰੇ ਰੇ ਦਰਗਹਿ ਕਹੈ ਨਾ ਕੋ ਆਓ ਬੈਠ ਆਦਰ ਸੁਖਦੇਵ। ਆ ਜਿਵੇਂ ਯੂਪੀ ਬਿਹਾਰ 'ਚ ਕਰਦੇ ਨਾ, ਅਰੇ ਅਰੇ ਕਿੱਧਰ ਕੋ ਜਾਤਾ ਹੈ, ਐਵੇਂ ਉਹਨਾਂ ਨੂੰ ਨਹੀਂ ਕੋਈ ਕਹਿੰਦਾ ਅਰੇ ਅਰੇ ਉੱਠੋ ਇੱਥੋਂ। ਅਰੇ ਰੇ ਰੇ ਦਰਗਹਿ ਕਹੈ ਨਾ ਕੋ। ਸੱਚੀ ਦਰਗਾਹ ਵਿੱਚ ਅਰੇ ਅਰੇ ਅਬੇ ਰੁਕ ਇੱਦਾਂ ਕੋਈ ਨਹੀਂ ਕਹਿੰਦਾ ਹੈ। ਇਹੀ ਕਹਿੰਦੇ ਆਓ ਬੈਠ, ਆਓ ਭਾਈ ਬੈਠੋ, ਆਦਰ ਚੰਗਾ ਸਨਮਾਨ ਦਿੰਦੇ ਹੈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ। ਧਰਮ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਜਿਹੜੇ ਨਾਮ ਜਪਦੇ ਨਾ ਪਰਮੇਸ਼ਰ ਦਾ ਤੇ ਜਨਮ ਪਦਾਰਥ ਨੂੰ ਜਿੱਤ ਕੇ ਜਾਂਦੇ ਹੈ। ਤੇ ਜੇ ਕਦੇ ਧਰਮ ਰਾਜ ਦੀ ਕਚਹਿਰੀ 'ਚ ਵੀ ਉਹ ਚਲੇ ਜਾਣ ਤੇ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ, ਉਹ ਵੀ ਹੱਥ ਜੋੜ ਕੇ ਖੜਿਆ ਹੋ ਜਾਂਦਾ। ਕਹਿੰਦਾ ਮਹਾਰਾਜ ਤੁਸਾਂ ਨੇ ਮੇਰਾ ਧਰਮ ਰਾਜ ਮੇਰੀ ਪੂਰੀ ਤੁਸਾਂ ਨੇ ਪਵਿੱਤਰ ਕਰ ਦਿੱਤੀ ਹੈ, ਸਫਲੀ ਕਰ ਦਿੱਤੀ ਹੈ। ਇਸ ਤਰ੍ਹਾਂ ਮਹਾਰਾਜ ਕਹਿ ਰਹੇ ਹੈ ਵੀ ਭਾਈ ਮਰਦਾਨਾ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੇਵਦੇ ਆ, ਧਰਮ ਰਾਜਾ ਜਿਹੜਾ ਧਰਮ ਰਾਜੇ ਵੱਲੋਂ ਲੇਖਾ ਜੋਖਾ ਹਿਸਾਬ ਕਿਤਾਬ ਹੁੰਦਾ, ਉਹਨਾਂ ਦਾ ਕਾਗਜ਼ ਪਾੜ ਦਿੱਤਾ ਜਾਂਦਾ ਹੈ। ਉਹਨਾਂ ਦੀ ਪੁੱਛ-ਗਿੱਛ ਕੋਈ ਨਹੀਂ ਹੁੰਦੀ। ਪਰ ਲੋਕ ਦੇ ਰਸਤੇ ਜਾਂਦਿਆਂ ਸੱਚਖੰਡ ਜਾਂਦਿਆਂ ਉਹਨਾਂ ਨੂੰ ਕੋਈ ਨਹੀਂ ਰੋਕਦਾ, ਕਿ ਹੱਥ ਬਾਂਹ ਨਹੀਂ ਕਰਦਾ, ਕੋਈ ਰੱਸੀ ਨਹੀਂ ਖੜੀ ਕਰਦਾ। ਇਸੀ ਪ੍ਰਕਾਰ ਸਾਰ ਸੁਣ ਕਰ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਇਸ ਤਰ੍ਹਾਂ ਦੇ ਜਿਹੜੇ ਸਿਧਾਂਤ ਦੇ ਬਚਨ ਸੁਣ ਕੇ ਰਹਿਓ ਸ਼ਾਹੋ ਪਗ ਪਰ ਸਿਰ ਧਰ ਕੇ। ਸ਼ਾਹੂਕਾਰ ਜੋ 7 ਘਰਾਂ ਦਾ ਬੜਾ ਤਗੜਾ ਹੀ ਵਪਾਰੀ ਸੀ, ਮਹਾਰਾਜ ਜੀ ਦੇ ਚਰਨਾਂ ਉੱਪਰ ਇਹਨੇ ਆਪਣਾ ਸੀਸ ਹੀ ਰੱਖ ਕੇ ਰਹਿ ਰਿਹਾ ਹੈ। ਹੁਣ ਸੀਸ ਹੀ ਨਹੀਂ ਚੁੱਕ ਰਿਹਾ। ਤੁਮਰੇ ਬਾਚ ਸਾਬਨ ਸਮਸਰ ਹੀ। ਕਹਿਣ ਲੱਗਾ ਮਹਾਰਾਜ ਜਿਹੜੇ ਤੁਹਾਡੇ ਬਚਨ ਹੈ ਨਾ, ਇਹਦੇ ਸਾਬਣ ਵਰਗੇ ਐ। ਮਨ ਮਲੀਨ
ਪਟ ਉਜਲ ਕਰਹੀ। ਮੇਰਾ ਜਿਹੜਾ ਮਨ ਹੈ ਮਹਾਰਾਜ ਇਹਦੇ ਕੱਪੜੇ ਦੀ ਨਿਆਈ ਹੈ। ਜਿਵੇਂ ਕੱਪੜੇ ਨੂੰ ਬੜੀ ਮੈਲ ਲੱਗ ਜਾਂਦੀ ਹੈ ਸਾਬਣ ਨਾਲ ਧੋਤਿਆਂ ਉਹ ਕੱਪੜਾ ਉਜਲ ਹੋ ਜਾਂਦਾ, ਐਵੇਂ ਮੇਰੇ ਮਨ ਮੈਲੇ ਨੂੰ ਮਹਾਰਾਜ ਤੁਹਾਡੇ ਬਚਨ ਰੂਪੀ ਸਾਬਣ ਹੈ ਜਿਹੜਾ ਉਹ ਉਜਲ ਕਰ ਰਹੇ ਹੈ, ਕਰੀ ਜਾ ਰਹੇ ਮੇਰੇ ਮਨ ਕੱਪੜੇ ਨੂੰ। ਪਾਣੀ ਧੋਤਾ ਉਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਏ ਹੋ ਧੋਏ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਨਾਮ ਦੇ ਰੰਗ ਨਾਲ ਮਤ ਜਿਹੜੀ ਪਾਪਾਂ ਨਾਲ ਭਰੀ ਹੈ ਉਹ ਨਿਵਿਰਤ ਹੋ ਜਾਂਦੀ ਹੈ, ਮੈਲ ਸਾਰੀ ਲੱਥ ਜਾਂਦੀ ਹੈ। ਨਾਮ ਸਾਬਣ ਹੈ, ਮਤ ਜਿਹੜੀ ਹੈ ਕੱਪੜਾ ਹੈ ਪਾਪਾਂ ਦਾ, ਇਹ 'ਤੇ ਮੈਲ ਲੱਗੀ ਹੈ ਪਾਪਾਂ ਦੀ ਮਤ ਕੱਪੜੇ 'ਤੇ। ਇਸੇ ਤਰ੍ਹਾਂ ਹੀ ਜਨਮ ਜਨਮ ਕੇ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਜਨਮ ਜਨਮ ਦੀ ਮਨ ਕੱਪੜੇ ਨੂੰ ਮੈਲ ਲੱਗੀ ਹੋਈ ਹੈ, ਬਹੁਤ ਪਾਪਾਂ ਦੀ ਕਾਲੀ ਮੈਲ। ਖਨਲੀ ਧੋਤੀ ਉਜਲ ਨਾ ਹੋਵੇ, ਜੇ ਸੌ ਧੋਵਣ ਪਾਹੋਂ। ਜਿਵੇਂ ਉਹ ਕੋਲੂ ਵਿੱਚ ਟਾਕੀ ਦਿੱਤੀ ਹੁੰਦੀ ਅਤੇ ਬੜੀ ਕਾਲੀ ਹੋਈ ਹੁੰਦੀ, ਉਹ ਭਾਵੇਂ 100 ਵਾਰ ਧੋ ਕਦੀ ਉਜਲ ਨਹੀਂ ਹੁੰਦੀ। ਇਵੇਂ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਅਤੇ ਇਹ ਹੁਣ ਕਿਵੇਂ ਧੋਵੇ? ਇਹਦੇ ਗੁਰੂ ਦੇ ਜਿਹੜੇ ਬਚਨ ਉਹ ਹੀ ਸਾਬਣ ਦਾ ਕੰਮ ਕਰਦੇ ਹੈ। ਮਨ ਕੱਪੜਾ ਜਿਹੜੇ ਖਨਲੀ ਲਿਬੜੀ ਹੋਈ ਨਾ, ਕਾਲੀ ਹੋਈ ਬਈ ਪਾਪਾਂ ਕਰਕੇ, ਗੁਰੂ ਦੇ ਜਿਹੜੇ ਬਚਨ ਹੈ ਸਾਬਣ ਦੀ ਨਿਆਈ ਹੈ, ਉਹ ਇਸ ਨੂੰ ਸਾਫ਼ ਕਰ ਸਕਦੇ ਹੈ। ਇੱਥੇ ਸ਼ਾਹੂਕਾਰ ਉਹੀ ਕਹਿ ਰਿਹਾ ਮਹਾਰਾਜ ਮੇਰਾ ਮਨ ਜਿਹੜਾ ਹੈ ਕੱਪੜੇ ਦੀ ਨਿਆਈ ਹੈ ਮੈਲਾ, ਅਤੇ ਇਹਨੂੰ ਤੁਹਾਡੇ ਬਚਨ ਸਾਬਣ ਦੀ ਨਿਆਈ ਉਜਲ ਕਰੀ ਜਾ ਰਹੇ ਹੈ। ਚਲਹੁ ਅਬ ਮਮ ਸਰਨ ਬਚਿਤਰਾ। ਐ ਮਹਾਰਾਜ ਜੀ ਹੁਣ ਮੇਰੇ ਸੋਹਣੇ ਘਰ ਵਿੱਚ ਚੱਲੋ ਬੜੇ ਸਤਿਕਾਰ ਨਾਲ। ਪਾਏ ਪਾਏ ਕਰਹੁ ਪਵਿੱਤਰਾ। ਆਪਣੇ ਜਿਹੜੇ ਚਰਨ ਪਵਿੱਤਰ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰੋ ਜੀ। ਵੱਡੇ ਭਾਗ ਜਾਗੇ ਤੁਮ ਆਏ। ਮਹਾਰਾਜ ਮੇਰੇ ਤੇ ਕਿਤੇ ਪੂਰ ਬੜੇ ਵੱਡੇ ਭਾਗ ਜਾਗੇ ਜਿਸ ਕਰਕੇ ਤੁਸੀਂ ਮੇਰੇ ਘਰ ਆਏ ਹੋ। ਸਰਬ ਸਾਰ ਕੇ ਬਚਨ ਸੁਨਾਏ। ਸਾਰੇ ਸਿਧਾਂਤ ਦੇ ਬਚਨ ਸੁਣਾਏ ਹੈ ਵੀ ਮਾੜੇ ਕਰਮਾਂ ਕਰਕੇ ਆ ਕੁਝ ਪ੍ਰਾਪਤ ਹੋ ਜਾਂਦਾ ਹੈ, ਮਾੜੇ ਕਰਮਾਂ ਕਰਕੇ ਅੱਗੇ ਦੁੱਖ ਆ ਜਾਂਦੇ ਹੈ। ਇਹ ਸਤਿਗੁਰੂ ਜੀ ਆਪ ਨੇ ਤੁਰ ਕੇ ਬਾਣੀ ਦੇ ਰਾਹੀਂ ਸਿਧਾਂਤ ਦੇ ਬਚਨ ਸੁਣਾਏ ਮੈਨੂੰ ਦੁਸ਼ਟ ਨੂੰ। ਸੁਨ ਕਰ ਬਿਨ ਪ੍ਰਭੂ ਸੁਖਕਾਰੀ। ਸਤਿਗੁਰੂ ਮਹਾਰਾਜ ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਸ਼ਾਹੂਕਾਰ ਦੀ ਐਸੀ ਬੇਨਤੀ ਸੁਣ ਕੇ ਗਮਨੇ ਤਾਂ ਕੇ ਸਦਨ ਮਝਾਰੀ। ਇਹਦੀ ਬੇਨਤੀ ਸੁਣ ਕੇ ਇਹਦੇ ਘਰ ਨੂੰ ਚੱਲ ਪਏ ਮਹਾਰਾਜ ਜੀ। ਜਹਾਂ ਸਥਲ ਥੋ ਅਧਿਕ ਸੁਹਾਵਨਾ। ਜਾਂ ਸਥਲ ਜਿੱਥੇ ਦਾ ਬਹੁਤ ਹੀ ਸੋਭਨੀਕ ਮਹਿਲ ਸਥਾਨ ਬਣਿਆ ਹੋਇਆ ਸੀ। ਤਹਾਂ ਇੱਕ ਕੀਨ ਪਰ ਅੰਕ ਡਸਾਵਨਾ। ਉੱਥੇ ਇਹਨੇ ਇੱਕ ਮਕਾਨ ਵਿੱਚ ਸੋਹਣਾ ਜਿਹੜਾ ਪਲੰਘ ਡਾਉਣਾ ਕੀਤਾ ਸਤਿਗੁਰੂ ਜੀ ਵਾਸਤੇ। ਬਿਠਾਰੇ ਕਰ ਭਾਉ ਵਿਸਾਲਾ। ਹੁਣ ਤੇ ਹਾਥੀ ਜੋੜੀ ਜਾਂਦਾ, ਬਹੁਤਾ ਪ੍ਰੇਮ ਕਰਕੇ ਸਤਿਗੁਰੂ ਜੀ ਦੇ ਭਾਈ ਮਰਦਾਨਾ ਬਾਲਾ ਆਦਿਕ ਬਿਠਾਏ ਐ। ਬਹੁਰ ਪਾਏ ਪਾਈ ਨਿਜ ਬਾਲਾ। ਫਿਰ ਜਿਹੜੀ ਆਪਣੀ ਘਰ ਵਾਲੀ ਬੜੀ ਵਿਗੜੀ ਤਿਗੜੀ ਸੀ ਉਹ ਸਤਿਗੁਰੂ ਜੀ ਦੇ ਚਰਨੀ ਲਿਆ ਪਾਈ ਐ। ਤਿਹ ਕੋ ਸਾਥ ਦੇਨ ਕੇ ਹਿਤਾ। ਇਹਦੀ ਘਰ ਵਾਲੀ ਨੂੰ ਸ਼ਾਂਤੀ ਦੇਣ ਦੇ ਵਾਸਤੇ ਬੋਲੇ ਸ੍ਰੀ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਧੁਜਾ ਰੂਪ ਨਿਸ਼ਾਨ ਰੂਪ ਸਤਿਗੁਰੂ ਜੀ ਬਚਨ ਬੋਲੇ ਐ। ਅਵਲ ਪਿੰਗ ਕੋਰੀ ਪਦ ਹੋਈ। ਕਹਿਣ ਲੱਗੇ ਮਹਾਰਾਜ ਇਹ ਸ਼ਾਹੂਕਾਰ ਦੀ ਪਤਨੀ ਸ਼ਾਸਤਰ ਕਹਿੰਦੇ ਆ ਤੇ ਮਹਾਂਪੁਰਸ਼ ਬ੍ਰਹਮ ਗਿਆਨੀ ਰੱਬ ਦੇ ਪਿਆਰੇ ਕਹਿੰਦੇ ਆ ਵੀ ਜਿਹੜਾ ਪਤੀ ਹੋਵੇ ਨਾ ਕਮਜ਼ੋਰ ਬਲ ਤੋਂ ਰਹਿਤ, ਭਾਵੇਂ ਉਹਦੇ ਵਿੱਚ ਮਾਸਾ ਜਾਨ ਨਾ ਹੋਵੇ, ਕਮਜ਼ੋਰ ਹੋਵੇ, ਦੁਰਬਲਾ ਪਿੰਗਲਾ ਹੋਵੇ, ਕੋੜੀ ਹੋਵੇ, ਪ੍ਰਭੂ ਸਮਾਨ ਲਖਤੀ ਅਜੋਈ। ਇਸਤਰੀ ਦਾ ਪਤੀ ਭਾਵੇਂ ਕੋੜੀ ਹੋਵੇ, ਪਿੰਗਲਾ ਹੋਵੇ, ਕਮਜ਼ੋਰ ਹੋਵੇ, ਸਰੀਰ ਦਾ ਮਾੜਾ ਹੋਵੇ,
ਤੇ ਕਹਿੰਦੇ ਜਿਹੜੀ ਇਸਤਰੀ ਉਹ ਆਪਣੇ ਪਤੀ ਨੂੰ ਪਰਮਾਤਮਾ ਸਮਾਨ ਜਾਣਦੀ ਹੈ, ਸਰਬ ਭਾਂਤ ਕੀ ਸੇਵਾ ਕਰਹੀ। ਫਿਰ ਸਭ ਤਰ੍ਹਾਂ ਨਾਲ ਆਪਣੇ ਪਤੀ ਦੀ ਸੇਵਾ ਕਰਦੀ ਹੈ, ਜਿਵੇਂ ਬੀਬੀ ਰਜਨੀ ਜੀ ਨੇ ਕੀਤੀ ਸੀ ਪਿੰਗਲੇ ਆਪਣੇ ਘਰ ਵਾਲੇ ਦੀ। ਹਰ ਪੁਰਖਨ ਰਾਤ ਔਰ ਨਹ ਤਰਹੀ। ਪਰਾਏ ਪੁਰਖਾਂ ਨਾਲ ਜਿਹੜੀ ਪ੍ਰੀਤੀ ਹਿਰਦੇ ਵਿੱਚ ਧਾਰਦੀ ਨਹੀਂ ਹੈ, ਜੋ ਐਸੀ ਇਸਤਰੀ ਮਹਾਨ ਹੈ। ਹੱਥ ਕੇ ਹੱਥ ਹੋਇਆ ਤਿਆਗ ਪ੍ਰਾਨਾ। ਇਹ ਸ਼ਾਹੂਕਾਰ ਦੀ ਪਤਨੀ ਵੀ ਜਿਹੜੀ ਐਸੀ ਇਸਤਰੀ ਹੈ ਤੇ ਫਿਰ ਉਹਦਾ ਪਤੀ ਕਿਤੇ ਮਰ ਜਾਏ ਕਿਸੇ ਕਾਰਨ ਕਰਕੇ, ਆਪਣੇ ਪਤੀ ਦੇ ਮਰਨੇ ਕਰਕੇ ਜਿਹੜੀ ਨਾਲ ਹੀ ਹੌਕਾ ਜਿਹਾ ਭਰ ਕੇ ਆਪਣੇ ਪ੍ਰਾਣ ਛੱਡ ਦੇਵੇ। ਰੰਚ ਸਮਾਨ ਨਾ ਤਨ ਪਹਿਚਾਨਾ। ਐ ਭੋਰਾ ਮਾਤਰ ਹੀ ਆਪਣੇ ਸਰੀਰ ਨੂੰ ਨਾ ਪਛਾਣੇ, ਇਹ ਨਾ ਜਾਣੇ ਵੀ ਪਤੀ ਮਰ ਗਿਆ ਮੈਂ ਕੀ ਕਰਾਂ, ਦੂਜਾ ਵਿਆਹ ਕਰਾ ਲਵਾਂ ਹੁਣ। ਕਹਿੰਦੇ ਮਹਾਰਾਜ ਜਿਹੜੇ ਐਸਾ ਹੋਵੇ ਸੁਭਾਅ ਵੀ ਜੇ ਪਤੀ ਮਰ ਗਿਆ ਤੇ ਆਪਣੇ ਪ੍ਰਾਣ ਹੀ ਹੌਕਾ ਜਾਂ ਭਰ ਕੇ ਤੇ ਨਾਲ ਹੀ ਤਿਆਗ ਦਿੰਦੀ ਜਿਹੜੀ ਇਸਤਰੀ, ਤੇ ਆਪਣੇ ਸਰੀਰ ਨੂੰ ਪੂਰਾ ਮਾਤਰ ਰੱਤੀ ਮਾਤਰ ਵੀ ਨਹੀਂ ਪਛਾਣਦੀ। ਇਹ ਜਾਣਦੀ ਹੈ ਜਿੱਥੇ ਮੇਰਾ ਪਤੀ ਮਰ ਗਿਆ ਨਾਲ ਹੀ ਮੈਂ ਹੀ ਮਰ ਗਈ ਅੱਜ ਤੋਂ। ਜਾਹੇ ਸਵਰਗ ਸੁਖ ਪਾਏ ਬਡੇਰੋ। ਤੇ ਉਹ ਹੈ ਸ਼ਾਹੂਕਾਰ ਦੀ ਪਤਨੀ ਉਸ ਸੁਰਗ ਵਿੱਚ ਬਹੁਤ ਤਗੜਾ ਸੁਖ ਪਾਉਂਦੀ ਹੈ। ਅਸੀਂ ਪਤੀ ਵਰਤਾ ਧਰਮ ਵਾਲੀ ਇਸਤਰੀ, ਇੱਥੇ ਸਵਰਗ ਲਿਖਿਆ ਹੈ, ਡਾਕਟਰ ਵੀਰ ਸਿੰਘ ਨੇ ਲਿਖਿਆ ਵੀ ਇਸ ਦਾ ਫਲ ਸੁਰਗ ਤੇ ਭਾਵੇਂ ਸੁਖ ਦੱਸਿਆ ਇੱਥੇ, ਪਰ ਜਿਹੜੀ ਇਸਤਰੀ ਪਤੀ ਵਰਤਾ ਧਰਮ ਧਾਰਨ ਕਰਦੀ ਹੋਈ ਜਿਉਂਦੇ ਕੇ ਮੋਏ ਰਾਜੀ ਕੇ ਰੋਗੀ ਪਤੀ ਦੇ ਪਿਆਰ ਤੇ ਸੇਵਾ ਵਿੱਚ ਰਹਿੰਦੀ ਹੋਈ, ਸੀਲ ਸੰਤੋਖ ਸੁਭਾਅ ਰੱਖਦੀ ਹੋਈ ਨਾਮ ਵਿੱਚ ਖਚਿਤ ਰਹਿੰਦੀ ਹੈ, ਉਹ ਸਦਗਤੀ ਨੂੰ ਪ੍ਰਾਪਤ ਹੁੰਦੀ, ਭਾਵ ਮੁਕਤੀ ਦਾ ਫਲ ਪਾਉਂਦੀ ਹੈ। ਭਾਵ ਕਿ ਜਿਹੜੇ ਆਪਣੇ ਪਤੀ ਦੇ ਜਿਉਂਦਿਆਂ ਦੇ ਮਰਿਆਂ ਵੀ ਫਿਰ ਭਾਵੇਂ ਉਹ ਰਾਜੀ ਹੈ ਭਾਵੇਂ ਉਹ ਰੋਗੀ ਹੈ ਪਤੀ, ਉਹਦੀ ਸੇਵਾ ਵਿੱਚ ਰਾਤ ਦਿਨ ਟਿਕੀ ਰਹਿੰਦੀ ਹੈ। ਹਮੇਸ਼ਾ ਜਦੋਂ ਰਾਤ ਬੁਲਾਵੇ ਦਿਨੇ ਬੁਲਾਵੇ 7 ਵਜੇ ਕਹਿ ਕੇ ਜਿਹੜੀ ਉੱਠਦੀ ਹੈ ਅਤੇ ਸੀਲ ਸੰਤੋਖ ਸੁਭਾਅ 'ਚ ਰਹਿੰਦੀ ਹੈ ਅਤੇ ਨਾਂ ਪਰਮੇਸ਼ਰ ਦਾ ਜਪਦੀ, ਉਹ ਇਸਤਰੀ ਸਾਧ ਸੰਗਤ ਜੀ ਮੁਕਤੀ ਦੇ ਫਲ ਨੂੰ ਪ੍ਰਾਪਤ ਹੁੰਦੀ। ਪਤੀ ਵਰਤਾ ਧਰਮ ਵਾਲੀ, ਪਤੀ ਵਰਤਾ ਧਰਮ ਵਾਲੀਆਂ ਨੇ ਤੇ 12-12 ਸਾਲ ਸੂਰਜ ਨਹੀਂ ਚੜ੍ਹ ਦਿੱਤਾ ਜਿਹੜੀਆਂ ਹੈਗੀਆਂ ਸੀ, ਅਤੇ ਉਹ ਪਿੱਛੇ ਉਹਨਾਂ ਦੀ ਕਥਾਵਾਂ ਵੀ ਆਉਂਦੀਆਂ। ਗੁਰੂ ਅਮਰਦਾਸ ਜੀ ਸਮੇਂ ਐਸੀ ਕਥਾ ਇੱਕ ਆਉਂਦੀ ਹੈ, 5ਵੇਂ ਪਾਤਸ਼ਾਹ ਵੇਲੇ ਜੋ ਇੱਥੇ ਭਾਈ ਸੰਤੋਖ ਸਿੰਘ ਜੀ ਵੱਲੋਂ 3ਰੇ ਪਾਤਸ਼ਾਹ ਵੇਲੇ ਕਾਬਲ ਦੀ ਮਾਈ ਦੀ ਕਥਾ ਲਿਖੀ ਹੋਈ ਹੈ, ਉਹ ਵੀ ਬੜੀ ਪਤੀ ਵਰਤਾ ਧਰਮ ਵਾਲੀ ਸੀ। ਅਤੇ ਇੱਥੇ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਸੇਵਾ ਕਰਿਆ ਕਰਦੀ ਮਾਈ ਉਹ, ਅਤੇ ਬੱਚਾ ਉਹਦਾ ਕਾਬਲ ਵਿੱਚ ਹੁੰਦਾ ਸੀ। ਇੱਥੇ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਸਿਰ 'ਤੇ ਟੋਕਰੀ ਜਾਂ ਇੱਟਾਂ ਚੁੱਕੀਆਂ ਹੋਣੀਆਂ, ਅਤੇ ਜਦੋਂ ਹੀ ਬੱਚਾ ਰੋਣਾ ਇੱਥੋਂ ਹੀ ਹੱਥ ਜਾ ਜਿਵੇਂ ਭੰਗੂੜੇ ਨੂੰ ਦੇਈਦਾ ਨਾ ਹਿਲਾਉਣਾ, ਬੌਲੀ ਸਾਹਿਬ ਤੋਂ ਹੱਥ ਜਾ ਹਿਲਾ ਦੇਣਾ, ਅਤੇ ਕਾਬਲ ਜਾ ਕੇ ਝੂਟਾ ਬੱਚੇ ਨੂੰ ਮਿਲਣਾ, ਬੱਚਾ ਰੋਣੋਂ ਚੁੱਪ ਕਰ ਜਾਣਾ। ਜਿਨ੍ਹਾਂ ਦੇਖਣਾ ਸੇਵਾਦਾਰਾਂ ਨੇ ਸਿੱਖ ਸੇਵਕਾਂ ਨੇ, ਉਹਨਾਂ ਬੜਾ ਹੈਰਾਨ ਹੋਣਾ ਵੀ ਇਹ ਮਾਈ ਹੱਥ ਜਾ ਕੀ ਬਾਰ-ਬਾਰ ਮਾਰਦੀ ਹੈ, ਸਮਝ ਨਹੀਂ ਆਉਂਦੀ। ਸਤਿਗੁਰੂ ਜੀ ਨੂੰ ਕਿਹਾ, ਗੁਰੂ ਅਮਰਦਾਸ ਕਹਿਣ ਲੱਗੇ ਭਾਈ ਇਹ ਆਪਣੇ ਪਤੀ ਦੇ ਪ੍ਰੇਮ ਵਿੱਚ ਪੱਕੀ ਹੈ, ਪਤੀ ਨੂੰ ਰੱਬ ਕਰਕੇ ਨੇ ਮੰਨਿਆ ਅਤੇ ਸੇਵਾ ਵਿੱਚ ਅਤੇ ਨਾਮ ਵਿੱਚ ਪੂਰੀ ਹੈ ਭਰੀ ਹੋਈ ਹੈ, ਲਬਾ ਲਬ ਨਾਮ ਜਪਦੀ ਹੈ, ਤਾਂ ਇਹ 'ਚ ਸ਼ਕਤੀ ਹੈ। ਇਹਦਾ ਬੱਚਾ ਕਾਬਲ ਵਿੱਚ ਹੈ, ਜਦੋਂ ਰੋਂਦਾ ਹੈ ਇੱਥੋਂ ਹੀ ਸੇਵਾ ਕਰਦਿਆਂ ਨੂੰ ਹਲੂਣਾ ਦੇ ਦਿੰਦੀ ਤਾਂ ਉਹ ਬੱਚੇ ਨੂੰ ਝੂਟਾ ਮਿਲ ਜਾਂਦਾ, ਚੁੱਪ ਕਰ ਜਾਂਦਾ ਹੈ। ਇਵੇਂ ਸਾਧ ਸੰਗਤ ਜੀ ਪਤੀ ਵਰਤਾ ਧਰਮ ਵਾਲਿਆਂ ਦੀ ਵਡਿਆਈ ਹੈ, ਅਤੇ ਮਹਾਰਾਜ ਕਹਿ ਰਹੇ ਹੈ ਵੀ ਉਹ ਸਦਗਤੀ ਨੂੰ ਪ੍ਰਾਪਤ ਹੁੰਦੀ ਹੈ। ਦੰਪਤ ਬਿਲਸਾ ਬਰਖ ਕਨੇਰੇ। ਬਹੁਤੇ ਸਾਲ ਦੋਵੇਂ ਜੀਓ ਸਵਰਗ ਵਿੱਚ ਆਨੰਦ ਮਾਣਦੇ, ਖੁਸ਼ੀਆਂ ਮਾਣਦੇ ਰਹਿੰਦੇ ਹੈ। ਹਰ ਨਾਰੀ ਜੇ ਨਿਜ ਪਦ ਤਿਆਗੀ। ਗੁਰੂ ਸਾਹਿਬ ਜੀ ਗਿਆਨ ਦੇਣ ਵਾਸਤੇ ਸ਼ਾਹੂਕਾਰ ਦੀ ਪਤਨੀ ਜਿਹੜੀ ਵਿਭਚਾਰ ਕਮਾਉਂਦੀ ਸੀ ਨਾ, ਖੋਟੇ ਕਰਮ ਨੂੰ ਸਮਝਾ ਰਹੇ ਦੱਸ ਰਹੇ ਹੈ ਵੀ ਇਹ ਸੁਣ, ਜਿਹੜੀਆਂ ਨਾਰੀਆਂ ਇਸਤਰੀਆਂ ਆਪਣੇ ਪਤੀ ਨੂੰ ਛੱਡ ਕੇ ਹਰ ਪੁਰਖਨ ਪਿਖ ਕਾ ਅਨਰਾਗੀ। ਪਰਾਇਆ ਪੁਰਖਾਂ ਨੂੰ ਵੇਖ ਕੇ ਪ੍ਰੇਮੀ ਪਿਆਰੀਆਂ ਹੋ ਜਾਂਦੀਆਂ, ਲੁਭਾਏਮਾਨ ਹੋ ਜਾਂਦੀਆਂ। ਵੈ ਕਾ ਨਿਡਰ
ਤਜੀ ਜਗ ਬ੍ਰੀੜਾ ਤੇ ਸੰਸਾਰ ਦੀ ਲੱਜਾ ਸ਼ਰਮ ਛੱਡ ਕੇ ਆਪਣੇ ਪਤੀ ਤੋਂ ਐ ਨਿਸੰਗ ਨਿਡਰ ਹੋ ਕੇ ਰਹਿੰਦੀਆਂ ਐ। ਸਾਧ ਹੇਤ ਕਰਹੀ ਮਿਲ ਕ੍ਰੀੜਾ ਵਿਸ਼ਿਆਂ ਦੇ ਸਵਾਦ ਵਾਸਤੇ ਤੇ ਪਰਾਏ ਪੁਰਖਾਂ ਨਾਲ ਕੇਲ ਕਰੀੜਾ ਕਰਦੀਆਂ ਮਿਲ ਜੁਲ ਕੇ। ਤਿਹ ਜਮਦੂਤ ਗਹ ਜਬ ਆਈ ਇਹ ਸ਼ਾਹੂਕਾਰਾ ਅਸੀਂ ਕਹਿ ਦਿੰਦੇ ਆ ਵੀ ਜਦੋਂ ਜਮਦੂਤ ਆ ਕੇ ਐਸੀ ਇਸਤਰੀਆਂ ਨੂੰ ਆ ਕੇ ਫੜਦਾ ਨਾ ਪਕੜਦਾ ਹੈ, ਜਾਹੇ ਘਸੀਟਤ ਦੇਹ ਸਜਾਈ ਘਸੀਟਦਿਆਂ ਲੈ ਕੇ ਜਾਂਦਾ ਤੇ ਬੜੀ ਭਿਆਨਕੀ ਸਜ਼ਾ ਦਿੰਦੇ ਆ ਪਰਲੋਕ ਵਿੱਚ। ਲੋਹੇ ਥੰਬ ਕੋ ਲਾਲਤ ਪਾਈ ਉੱਥੇ ਖੜ ਕੇ ਲੋਹੇ ਦਾ ਜਿਹੜਾ ਥੰਬ ਹੈ ਉਹਨੂੰ ਲਾਲ ਸੁਰਖ ਕਰਕੇ ਟਪਾਉਂਦੇ ਐ। ਖਾਜ ਤਾਹੇ ਕੇ ਸੰਗ ਲਗਾਈ ਉਹ ਜਿਹੜੀ ਇਸਤਰੀ ਸਾਰੀ ਉਮਰ ਮਾੜੇ ਕੰਮ ਕਰਦੀ ਰਹੀ ਹੈ ਉਹਨੂੰ ਖਿੱਚ ਕੇ ਤੇ ਉਹਦੇ ਨਾਲ ਲਾਉਂਦੇ ਆ। ਇਹਦੇ ਇਸਤਰੀ ਦੀ ਗੱਲ ਇਸੇ ਤਰ੍ਹਾਂ ਪੁਰਖ ਦੀ ਗੱਲ ਹੈ। ਜਿਹੜੇ ਪੁਰਖ ਵੀ ਆਪਣੀ ਇਸਤਰੀ ਘਰਵਾਲੀ ਨੂੰ ਛੱਡ ਕੇ ਤੇ ਬਾਹਰ ਅੰਦਰ ਇੱਦਾਂ ਜਾਂਦੇ ਆ, ਉਹਨਾਂ ਨੂੰ ਖਿੱਚ ਕੇ ਉੱਥੇ ਥੰਬ ਨਾਲ ਲਾਲ ਸੁਰਖ ਜਿਹੜਾ ਹੋਇਆ ਹੁੰਦਾ ਤੇ ਨਾਲ ਲਾਇਆ ਜਾਂਦਾ ਵੀ ਲੈ ਜੁੜ ਜਾ ਇਹਦੇ ਨਾਲ ਹੁਣ। ਇਤਿਆਦਿਕ ਦੁਖ ਦੇਹ ਕਨੇਰਾ ਇਤਿਆਦਿਕ ਬਹੁਤ ਆ ਜਿਹੜਾ ਦੁੱਖ ਦਿੱਤਾ ਜਾਂਦਾ ਹੈ। ਪਿੱਛੇ ਵੀ ਇਹ ਪ੍ਰਸੰਗ ਆਇਆ ਸੀ ਗਰੁੜ ਪੁਰਾਣ 'ਚ ਐਸਾ ਲਿਖਿਆ ਕਿ ਕੰਨਾਂ ਵਿੱਚ ਸੁਣਨ ਵਾਲਿਆਂ ਦੇ ਕੰਨਾਂ ਵਿੱਚ ਤਿੱਖੀਆਂ ਤਿੱਖੀਆਂ ਸੂਲਾਂ ਲਗਾਈਆਂ ਜਾਂਦੀਆਂ, ਮੂੰਹ ਦੇ ਵਿੱਚ ਲੋਹੇ ਦੇ ਲਾਲ ਗਰਮ ਕਰਕੇ ਗੋਲੇ ਦਿੱਤੇ ਜਾਂਦੇ ਹੈ। ਇਸੇ ਤਰ੍ਹਾਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ, ਇੰਦਰੀਆਂ ਦੇ ਉੱਤੇ ਚੂਹੇ ਛੱਡੇ ਜਾਂਦੇ ਹੈ। ਇਹ ਬੜੀ ਭਿਆਨਕ ਸਜ਼ਾ ਲਿਖੀ ਹੋਈ ਹੈ ਗਰੁੜ ਪੁਰਾਣ ਵਿੱਚ। ਕੌਣ ਪੁਕਾਰ ਸੁਨਹਿ ਤਿਸ ਬੇਰਾ ਇਹ ਸ਼ਾਹੂਕਾਰ ਦੀ ਪਤਨੀ ਉਸ ਵੇਲੇ ਉੱਥੇ ਕੌਣ ਪੁਕਾਰ ਸੁਣੇਗਾ? ਉੱਥੇ ਤੇ ਕੋ ਨਾ ਸੁਣੇ ਪੁਕਾਰਾ, ਚੀਕਾਂ ਕੋਈ ਨਹੀਂ ਸੁਣਦਾ, ਉੱਥੇ ਨਹੀਂ ਕੋਈ ਹੰਬੀ ਭਰਦਾ। ਜਗ ਮਹਿ ਨਿੰਦਾ ਕਸ਼ਟ ਅਗਾਰੀ ਇਸ ਕਰਕੇ ਤੂੰ ਥੋੜਾ ਸਮਝ ਨੇ ਜਿਹੜੇ ਇਹੋ ਜਿਹੇ ਕੰਮ ਕਰਦੀਆਂ ਸੰਸਾਰ ਵਿੱਚ ਵੀ ਇਹਨਾਂ ਦੀ ਨਿੰਦਾ ਭੰਡੀ ਹੁੰਦੀ ਹੈ। ਲੋਕ ਲਾਗੇ ਖੜਦੇ ਨਹੀਂ ਹੈ, ਚੰਗੇ ਕਾਮੀ ਲੋਕਾਂ ਦਾ ਤਾਂ ਸੁਭਾਅ ਹੀ ਹੈ। ਅੱਗੇ ਜਾ ਕੇ ਪਰਲੋਕ 'ਚ ਕਸ਼ਟ ਬੜਾ ਹੁੰਦਾ ਉਸ ਨੂੰ। ਆਸ ਗਤ ਹੋਇ ਬਿਬਚਾਰਨ ਨਾਰੀ ਬੇਵਿਚਾਰਨ ਉਸ ਦੁਹਾਗਣ ਇਸਤਰੀ ਦੀ ਐਸੀ ਗਤੀ ਹੁੰਦੀ, ਐਸੀ ਹਾਲਤ ਹੁੰਦੀ ਹੈ ਮਾੜੀ। ਪਤੀ ਵਰਤਾ ਕੋ ਜਸ ਜਗ ਮਾਹੀ ਜੋ ਪਤੀ ਵਰਤਾ ਧਰਮ ਵਾਲੀ ਆਪਣੇ ਸੀਲ ਸੰਤੋਖ ਸੁਭਾਅ 'ਚ ਰਹਿੰਦੀ ਹੈ ਉਹਦਾ ਸੰਸਾਰ ਵਿੱਚ ਜਸ ਹੁੰਦਾ ਹੈ। ਆਗਾ ਅਨਕ ਬਿਦਨ ਦੁਸ ਆਗਾ ਅਨਕ ਬਿਦਨ ਸੁਖ ਪਾਹੀ ਅੱਗੇ ਪਰਲੋਕ ਵਿੱਚ ਜਾ ਕੇ ਵੀ ਅਨੇਕਾਂ ਤਰ੍ਹਾਂ ਦੇ ਸੁਖ ਪਾਉਂਦੀ ਹੈ ਉਹ ਇਸਤਰੀ। ਦੀਰਘ ਦ੍ਰਿਸ਼ਟ ਦੇਖ ਕਰ ਆਸੇ ਇਸ ਕਰਕੇ ਸ਼ਾਹੂਕਾਰ ਦੀ ਪਤਨੀ ਤੂੰ ਇਸ ਤਰ੍ਹਾਂ ਬੜੀ ਲੰਬੀ ਜਿਹੜੀ ਹੈ ਉਹ ਵੱਡੀ ਨਜ਼ਰ ਨਾਲ ਦੇਖਣਾ ਵੀ ਇਹ ਤੂੰ ਕੀ ਕਰਦੀ ਪਈ ਹੈ। ਨਹਿ ਬਿਬਚਾਰ ਕਰਹੁ ਬਨ ਤਾਸੇ ਉਸੇ ਤਰ੍ਹਾਂ ਜਿਵੇਂ ਤੂੰ ਪਹਿਲਾਂ ਵਿਵਚਾਰ ਮਾੜੇ ਕੰਮ ਕਰਦੀ ਰਹੀ ਹੈ, ਹੁਣ ਨਾ ਤੂੰ ਕਰ ਸਾਡਾ ਬਚਨ ਮੰਨ ਕੇ। ਸ਼ਾਹ ਤੀਆ ਸਨ ਕਰ ਬਾਚ ਗੁਰ ਕੇ ਜਿਹੜੀ ਸ਼ਾਹੂਕਾਰ ਦੀ ਇਸਤਰੀ ਸੀ ਮਾੜੀ ਹੋਈ ਪਈ ਸੀ, ਸਤਿਗੁਰੂ ਜੀ ਦੇ ਐਸੇ ਬਚਨ ਸੁਣ ਕੇ ਪਰੀ ਪਾਏ ਪਰ ਜਮ ਡਰ ਕਰਕੇ ਜਮ ਦਾ ਡਰ ਭੈ ਕਰਕੇ ਵੀ ਬੜੀ ਸਜ਼ਾ ਮਾੜੀ ਮਿਲੇਗੀ। ਸਤਿਗੁਰੂ ਜੀ ਦੇ ਆਣ ਚਰਨੀ ਪਈ ਹੈ। ਹੇ ਸੰਤ ਹੋ ਮੈਂ ਅਗ ਕੀ ਭਾਰੀ ਇਹ ਪੂਰਨ ਸੰਤੋ ਮੈਂ ਪਾਪਣ ਨੇ ਬੜੇ ਭਾਰੀ ਪਾਪ ਹੀ ਕਰ ਲਏ ਐ। ਬਖਸ਼ ਆਈ ਸ਼ਰਨ ਤੁਮਾਰੀ ਹੁਣ ਮੈਂ ਤੁਹਾਡੀ ਸ਼ਰਨ ਆ ਗਈ ਆ, ਮੈਨੂੰ ਪਾਪਣ ਨੂੰ ਬਖਸ਼ੋ ਜੀ ਸੰਤੋ। ਗੁਰ ਕਹਿ ਪਾਛਲ ਬਖਸ਼ੇ ਸੋ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸ਼ਾਹੂਕਾਰ ਦੀ ਪਤਨੀ ਜਿਹੜੇ ਤੇਰੇ ਪਿਛਲੇ ਕੀਤੇ ਔਗਣ ਹੈ ਨਾ, ਉਹ ਗੁਨਾਹ ਹੈ, ਉਹ ਸਾਰੇ ਅਸਾਂ ਨੇ ਪਿਛਲੇ ਬਖਸ਼ ਦਿੱਤੇ ਹੈ। ਇਹ ਗੁਰੂ ਜੀ ਦੀ ਸਮਰੱਥਾ ਹੈ ਕਿ ਜਿਹੜਾ ਕਹਿ ਦੇਣਾ ਵੀ ਪਿਛਲੇ ਔਗਣ ਬਖਸ਼ ਦਿੱਤੇ ਹੈ। ਨਹੀਂ ਤੇ ਕਿਹੜਾ ਐਸਾ ਬਲੀ ਹੈ ਜਿਹੜਾ ਪਿਛਲੇ ਔਗਣ ਬਖਸ਼ ਦੇ? ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਇਹ ਗੁਰੂ ਨਾਨਕ ਸਾਹਿਬ ਕਿਉਂ ਇਹ ਗੱਲ ਹਰ ਪ੍ਰਸੰਗ 'ਚ ਕਹਿੰਦੇ ਵੀ ਪਿਛਲੇ ਔਗਣ ਬਖਸ਼ ਦਿੱਤੇ ਹੈ? ਉਹ ਤਾਂ ਕਿਹਾ ਜਾਂਦਾ ਹੈ ਵੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਨਾਨਕ ਹਰ ਸੋਏ, ਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਗੁਰੂ ਨਾਨਕ ਸਾਹਿਬ ਜੀ ਐਸੇ ਹੈ, ਭਾਵ ਆਪ ਪਰਮਾਤਮਾ ਹੈ। ਗੁਰੂ ਨਾਨਕ ਸਭ ਤੋਂ ਵੱਡਾ ਸਤਿਗੁਰੂ ਨਾਨਕ
ਜਿਨ ਕਲ ਰਾਖੀ ਮੇਰੀ। ਇਵੇਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਆਪ ਪਰਮੇਸ਼ਰ ਆਇਆ ਹੈ, ਜਿਸ ਕਰਕੇ ਬਚਨ ਮਹਾਰਾਜ ਹਰ ਥਾਂ ਹੀ ਕਹਿ ਦਿੰਦੇ ਆ ਵੀ ਪਿਛਲੇ ਔਗਣ ਤੇਰੇ ਬਖਸ਼ ਦਿੱਤੇ ਆ। ਇੱਥੇ ਸ਼ਾਹੂਕਾਰ ਦੀ ਪਤਨੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿ ਜੋ ਤੂੰ ਪਿੱਛੇ ਕਰ ਦਿੱਤੇ ਨਾ ਔਗਣ, ਭੁੱਲਾਂ ਗਲਤੀਆਂ ਕਰ ਦਿੱਤੀਆਂ, ਉਹ ਤੇਰੇ ਅਸੀਂ ਬਖਸ਼ ਦਿੱਤੇ ਆ। ਬਹੁਰ ਅਗਾਰੀ ਕਰਹੁ ਨਾ ਕੋ। ਤੇ ਹੁਣ ਅੱਗੇ ਤੋਂ ਐਸਾ ਕੋਈ ਵੀ ਮਾੜਾ ਕੰਮ ਨਹੀਂ ਕਰਨਾ ਹੈ। ਇਹ ਵੀ ਅਸੀਂ ਧਿਆਨ ਨਾਲ ਸਾਨੂੰ ਕੰਨ ਖੋਲ੍ਹ ਕੇ ਸੁਣ ਲੈਣਾ ਚਾਹੀਦਾ ਹੈ ਵੀ ਮਹਾਰਾਜ ਵੇਖੋ ਕਹਿ ਰਹੇ ਆ ਵੀ ਅੱਗੇ ਤੋਂ ਮਾੜਾ ਕੰਮ ਨਹੀਂ ਕਰਨਾ ਹੈ। ਅਤੇ ਸਾਡੇ ਵਰਗੇ ਦੇ ਸਾਧ ਸੰਗਤ ਜੀ ਗਲਤੀਆਂ ਦੇ ਗਲਤੀਆਂ ਕਰੀ ਜਾਂਦੇ, ਦਿਨ ਬੇ ਦਿਨ, ਸਵਾਸ ਸਵਾਸ, ਰੋਜ਼ ਰੋਜ਼ ਹੀ। ਅਤੇ ਪਖੰਡ ਫੜਿਆ ਮਹਾਰਾਜ ਤੁਸੀਂ ਬਖਸ਼ਣਹਾਰ ਹੋ, ਮਹਾਰਾਜ ਤੁਸੀਂ ਬਖਸ਼ਣਹਾਰ ਹੋ। ਇੰਨੀ ਚਤਰਾਈ ਮਨੁੱਖ 'ਚ ਭਰੀ ਪਈ ਹੈ ਵੀ ਕੋਈ ਲੈਣਾ ਦੇਣਾ ਹੀ ਨਹੀਂ। ਕਿ ਗੁਰੂ ਸਾਹਿਬ ਜੀ ਨੇ ਜਿਹਨੂੰ ਵੀ ਸਿੱਖਿਆ ਦਿੱਤੀ ਹੈ, ਪਿੱਛੇ ਵੀ ਸਾਰਾ ਇਤਿਹਾਸ ਸੁਣ ਲਓ ਅਤੇ ਅੱਗੇ ਵੀ ਆ ਹੀ ਜਾਣਾ। ਇਹੀ ਕਿਹਾ ਭਾਈ ਆ ਹੁਣ ਤੇਰੇ ਪਿਛਲੇ ਔਗਣ ਬਖਸ਼ ਦਿੱਤੇ ਆ, ਅੱਗੇ ਤੋਂ ਮਾੜਾ ਕੰਮ ਨਹੀਂ ਇਹ ਕਰਨਾ ਹੈ। ਅਤੇ ਉਹ ਬਖਸ਼ੇ ਜਾਂਦੇ ਆ ਸਾਧ ਸੰਗਤ ਜੀ ਜਿਹੜੇ ਗੁਰੂ ਦੇ ਬਚਨ ਮੰਨ ਕੇ ਅੱਗੇ ਤੋਂ ਸੁਧਰ ਜਾਂਦੇ ਆ। ਪਰ ਜਿਹੜੇ ਲੋਕ ਗਲਤੀਆਂ ਦੇ ਗਲਤੀਆਂ ਸਾਡੇ ਵਰਗੇ ਕਰੀ ਜਾਂਦੇ ਆ ਨਿੱਤ, ਫਿਰ ਪਖੰਡ ਕਰਦੇ ਗੁਰੂ ਦੀ ਹਜ਼ੂਰੀ ਜਾ ਕੇ ਮਹਾਰਾਜ ਬਖਸ਼ ਲਓ, ਬਖਸ਼ਣਹਾਰ ਹੋ। ਇਹ ਤਾਂ ਨਿਰੀ ਚਤਰਾਈ ਹੈ। ਜਦੋਂ ਗੁਰੂ ਮਹਾਰਾਜ ਇਹ ਗੱਲ ਕਹਿੰਦੇ ਵੀ ਅੱਗੇ ਤੋਂ ਔਗਣ ਨਹੀਂ ਕਰਨਾ ਹੈ, ਅਤੇ ਗੁਰੂ ਅੱਗੇ ਅਰਦਾਸ ਬੇਨਤੀਆਂ ਕਰ ਕਰਕੇ ਮਹਾਰਾਜ ਅਸੀਂ ਨਾ ਕਰੀਏ, ਸਾਨੂੰ ਬਖਸ਼ੀ ਲਓ ਪੱਕਾ ਹੀ। ਗੁਰੂ ਮਹਾਰਾਜ ਰਹਿੰਦੇ ਜੀਵਨ ਵਿੱਚ ਬੇੜੀ ਡੁੱਬੇ ਨਾ ਕਦੇ, ਤੁਹਾਡੇ ਚਰਨਾਂ ਨਾਲ ਹੀ ਨਿਭ ਜਾਏ। ਕੀ ਕਰਨਾ 100 ਸਾਲ ਜੀ ਕੇ, ਕੀ ਕਰਨਾ 120 ਸਾਲ ਜੀ ਕੇ, ਅਤੇ ਕੀ ਕਰਨਾ ਮਹਾਰਾਜ ਲੰਮੇ ਪੈ ਕੇ ਸੌਂ ਕੇ। ਜੇ ਤੁਹਾਡੇ ਤੋਂ ਵਿਗੜੇ ਤਿਗੜੇ ਰਹਿਣਾ ਅਤੇ ਤੁਹਾਨੂੰ ਭੁਲਾ ਕੇ ਰੱਖਣਾ ਹੈ, ਮਾੜੇ ਕੰਮ ਹੀ ਕਰਨੇ। ਮਹਾਰਾਜ 5 ਸਾਲ ਤੋਂ ਸਾਡੇ 5 ਮਿੰਟਾਂ ਦੀ ਜ਼ਿੰਦਗੀ ਰਹਿਣ ਤੋਂ, ਪਰ ਸਵਾਸ ਨਿਕਲ ਜਾਣ ਤੁਹਾਡੇ ਭਾਣੇ ਵਿੱਚ ਚੰਗੇ ਨਿਕਲ ਜਾਣ, ਉੱਚੀ ਭਲਾ ਹੈ। ਬਹੁਤਾ ਸਮਾਂ ਜੀ ਕੇ ਇੱਥੇ ਕੀ ਕਰਨਾ ਹੈ। ਜਿੰਨਾ ਸਮਾਂ ਜੀਵਾਂਗੇ ਉਨੇ ਮਾੜੇ ਕੰਮ ਕਰਾਂਗੇ, ਨਿੰਦਿਆ ਕਰਾਂਗੇ, ਵੈਰ ਲੋਕਾਂ ਨਾਲ ਕਰਾਂਗੇ, ਵਿਰੋਧ ਕਰਾਂਗੇ, ਈਰਖਾ ਕਰਾਂਗੇ, ਮੰਦ ਵਾਸ਼ਨਾ ਭੋਗਾਂਗੇ। ਉਹ ਜਿੰਨੇ ਹੀ ਜੀ ਜਾਵਾਂਗੇ, ਮਾੜੇ ਕੰਮ ਕਰੀ ਜਾਵਾਂਗੇ, ਉਨੇ ਲੇਖੇ ਵਿੱਚ ਪਈ ਜਾਣੇ, ਹਿਸਾਬ ਕਿਤਾਬ ਵਧੀ ਜਾਣਾ। ਇਸ ਕਰਕੇ ਥੋੜ੍ਹਾ ਜੀਵਨ ਮੰਗੀਏ, ਚੰਗਾ ਮੰਗੀਏ ਮਹਾਰਾਜ ਤੋਂ। ਇਹੀ ਮੰਗੀਏ ਸੱਚਾ ਪਾਤਸ਼ਾਹ ਜੋ ਪਿੱਛੇ ਹੋ ਗਿਆ ਹੋ ਗਿਆ, ਅੱਗੇ ਤੋਂ ਨਾ ਸਾਡੇ ਕੋਲ ਹੋਵੇ। ਸਾਡੀ ਲਾਜ ਪਾਤੀ ਰੱਖੋ ਜੀ। ਪਤ ਆਇ ਸਕੇ ਰਹੋ ਅਨਸਾਰੀ। ਮਹਾਰਾਜ ਕਹਿੰਦੇ ਪਿਛਲੇ ਔਗਣ ਤੇਰੇ ਬਖਸ਼ ਦਿੱਤੇ, ਅੱਗੇ ਤੋਂ ਮਾੜਾ ਕੰਮ ਬਿਲਕੁਲ ਨਹੀਂ ਕਰਨਾ ਹੈ। ਅਤੇ ਪਤੀ ਦੀ ਆਗਿਆ ਦੇ ਹਮੇਸ਼ਾ ਅਨੁਸਾਰ ਹੀ ਰਹੋ, ਪਤੀ ਨੂੰ ਰੱਬ ਮੰਨ। ਸਿਮਰਹੁ ਸਤਿਨਾਮ ਸੁਖਕਾਰੀ। ਅਤੇ ਸਤਿਨਾਮ ਵਾਹਿਗੁਰੂ ਜੋ ਸੁਖ ਕਰਨ ਵਾਲਾ ਹੈ, ਉਹਨੂੰ ਹਮੇਸ਼ਾ ਹਮੇਸ਼ਾ ਦੋਵੇਂ ਜੀ ਮਿਲ ਕੇ ਸਿਮਰੋ, ਯਾਦ ਕਰੋ। ਆਸ ਉਪਦੇਸ਼ ਦੀਨ ਤਿਨ ਤਾਈ। ਐਸਾ ਜਿਹੜਾ ਮਹਾਨ ਹੀ ਗਿਆਨਮਈ ਉਪਦੇਸ਼ ਸਤਿਗੁਰੂ ਜੀ ਨੇ ਸ਼ਾਹੂਕਾਰ ਦੇ ਉਹਦੀ ਪਤਨੀ ਦੇ ਤਾਈਂ ਦਿੱਤਾ। ਕਰੇ ਬਤੀਤ ਰਾਨ ਜਗ ਸਾਈ। ਜਗਤ ਦੇ ਜੋ ਸਾਈਂ ਹੈ ਨਾ ਗੁਰੂ ਨਾਨਕ ਸਾਹਿਬ ਜੀ, ਸ਼ਾਹੂਕਾਰ ਦੇ ਘਰ ਹੀ ਰਾਤ ਬਤੀਤ ਕੀਤੀ ਸੁਖ ਆਰਾਮ ਨਾਲ। ਦੰਪਤ ਕੇ ਔਰ ਦੇ ਕਰ ਸੰਤਾ। ਦੋਵਾਂ ਜੀਆਂ ਦੇ ਹਿਰਦੇ ਵਿੱਚ ਸ਼ਾਂਤੀ ਦੇ ਕਰਕੇ, ਉਪਦੇਸ਼ ਦੇ ਕਰਕੇ। ਗਮਨ ਕੀਨ ਮਾਰਗ ਸੁਖ ਦਾਤਾ। ਸੁੱਖਾਂ ਦੇ ਜੋ ਦਾਤੇ ਗੁਰੂ ਨਾਨਕ ਸਾਹਿਬ ਜੀ ਹੈ, ਅਗਲੇ ਰਸਤੇ 'ਤੇ ਚੱਲਣਾ ਕੀਤਾ ਮਹਾਰਾਜ ਜੀ ਨੇ। ਇੱਥੋਂ ਚੱਲ ਕੇ 7 ਘਰਾਂ ਨਗਰ ਤੋਂ ਜਿਵੇਂ ਗੁਰੂ ਮਹਾਰਾਜ ਜੀ ਮਿੰਟ ਗੁਮਰੀ ਸ਼ਹਿਰ ਦੇ ਵਿੱਚ ਗਏ, ਉੱਥੇ ਜਿਵੇਂ ਇੱਕ ਵਿਚਾਰਾ ਕੋਹੜੀ ਬੜਾ ਵਿਚਾਰਾ ਤਰਸ ਰਿਹਾ ਸੀ, ਉਹਦਾ ਜਿਵੇਂ ਕੋਹੜ ਦੂਰ ਕੀਤਾ। ਅਤੇ ਗੁਰਬਾਣੀ ਦੀ ਮਹਿਮਾ ਗੁਰੂ ਸਾਹਿਬ ਜੀ ਨੇ ਜਣਾਈ। ਉਹ ਪ੍ਰਸੰਗ ਸਾਧ ਸੰਗਤ ਜੀ ਕੱਲ੍ਹ ਆ ਜਾਏਗਾ। ਹੁਣ ਆਪਾਂ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਆਸ ਉਪਦੇਸ਼ ਦੀਨ ਤਿਨ ਤਾਈ। ਕਰੀ ਬਤੀਤ ਰਹਿਨ ਜਗ ਸਾਈ। ਦੰਪਤ ਕੇ ਔਰ ਦੇ ਕਰ ਸੰਤਾ। ਗਮਨ ਕੀਨ ਮਾਰਗ ਸੁਖ ਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।